ਇਹ ਇੱਕ ਮੇਰਾ ਮਦਰ ਦਾ ਵਿਜ਼ਨ ਸੀ ਕਿ ਅਸੀਂ ਕਿਸਾਨਾਂ ਬਾਰੇ ਕੁਝ ਕਰਨਾ ਹੈ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਅੱਜ ਜਿਵੇਂ ਮੈਂ ਤੁਹਾਨੂੰ ਦੱਸਿਆ 7 ਕੰਟਰੀਆਂ ਦੇ ਕਰੀਬ 4.5 ਲੱਖ ਫਾਰਮਰਸ ਨੂੰ ਡਾਇਰੈਕਟਲੀ ਇਨਡਾਇਰੈਕਟਲੀ ਅਸੀਂ ਅਪਰੋਚ ਕੀਤਾ ਹੋਇਆ ਹੈ। ਮਤਲਬ ਇਹ ਜਰਨੀ ਇੰਨੀ ਸੌਖੀ ਨਹੀਂ ਸੀ। ਮੈਂ ਬਹੁਤ ਜਿਹਨੂੰ ਕਹੀਦਾ ਨਾ ਤੂਫਾਨਾਂ ਨਾਲ ਵੀ ਲੜਿਆ ਵਾਂ। ਹਿੰਦੁਸਤਾਨ ਨੂੰ पिछले 50 साल तो अगर कोई खाना खुआ रहा है ना तो पंजाब सी असी IIT खड़गपुर IIT दिल्ली नाल टाई अप किया है और सारे बच्चों का एक सपना होंगे ना IIT तो पढ़िए। मैं इंडिया का फर्स्ट ऐसा बंदा जो IIT नाल मिल के कोर्सेज कट रहे हैं, क्रैश कोर्सेज। जेडे फार्मर्स वैल टू डू है ने उन्होंने अप्रोच नहीं कर रहे, लेकिन जेडे फार्मर सर गरीब ने माड़े ने निमाणे दे है ने जिन्होंने कोई मशीना नहीं ने या पैसे नहीं ने ਅਸੀਂ ਉਹਨਾਂ ਦੀ ਵੀ ਉਪਰਾਲਾ ਕਰ ਰਹੇ ਹਾਂ, ਉਹਨਾਂ ਦੀ ਵੀ ਸੇਵਾ ਕਰਨ ਦਾ ਅਸੀਂ ਉਹਨਾਂ ਨੂੰ ਵੀ ਮੌਕਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਨੂੰ ਕੋਈ ਐਵੇਂ ਦੀ ਚੀਜ਼ ਨਹੀਂ ਕਰਨਾ ਚਾਹੁੰਦੇ ਕਿ ਮੈਂ ਉਹਨਾਂ ਦੀ ਵਿਸਾਖੀ ਬਣ ਜਾਵਾਂ। ਵਿਸਾਖੀ ਨਹੀਂ ਬਣਨਾ, ਸਪੋਰਟ ਨਹੀਂ ਬਣਨਾ। ਮੈਂ ਉਹਨਾਂ ਨੂੰ ਖੁਦ ਖੜਾ ਕਰਨਾ ਚਾਹੁੰਦਾ ਉਹਨਾਂ ਦੇ ਪੈਰਾਂ 'ਤੇ। ਸਭ ਤੋਂ ਜਿਹੜੀ ਵੱਡੀ ਗੱਲ ਸਰ ਮੈਂ ਤੁਹਾਡੇ ਚੈਨਲ ਦੇ ਥਰੂ ਕਹਿਣਾ ਚਾਹੁੰਦਾ ਵਾਂ, ਸਾਨੂੰ ਸਾਰੇ ਸਿੱਖ ਭਰਾਵਾਂ ਭੈਣਾਂ ਨੂੰ ਇਕੱਠੇ ਜੁੜਨਾ ਚਾਹੀਦਾ ਹੈ, ਇੱਕ ਤਰਫ ਲੱਗਣਾ ਚਾਹੀਦਾ ਹੈ ਔਰ ਜਿਹੜਾ ਸਾਡੇ ਗੁਰੂ ਮਹਾਰਾਜ कहते सी कि असी सरबत का भला करना है वो असी कर। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਅੱਜ ਔਨ ਦੀ ਇੰਟਰਵਿਊ ਵਿੱਚ ਸਾਡੇ ਨਾਲ ਇੱਕ ਇਹੋ ਜਿਹੀ ਸ਼ਖਸੀਅਤ ਹੈ ਜਿਨੇ ਇਕੱਲੇ ਆਪਣੇ ਉਪਰਾਲੇ ਨਾਲ ਅਫਰੀਕਾ ਦੇ ਅੰਦਰ 4.5 ਲੱਖ ਕਿਸਾਨਾਂ ਨੂੰ ਇੰਪੈਕਟ ਕੀਤਾ ਹੈ। ਸਰਦਾਰ ਕਰਨ ਸਿੰਘ ਭਾਟੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬੜਾ ਬਹੁਤ ਸਵਾਗਤ ਹੈ ਸਾਡੇ ਸ਼ੋਅ ਤੇ। ਇੱਕ ਕਾਨਪੁਰ ਦੇ ਰਹਿਣ ਵਾਲੇ ਸਰਦਾਰ ਜੀ ਜਿਨ੍ਹਾਂ ਨੇ ਆਪਣੀ ਮਾਂ ਦੀ ਸੁਪਨੇ ਨੂੰ ਪੂਰਾ ਕਰਨ ਵਾਸਤੇ ਦੇਸ਼ ਛੱਡਿਆ, ਮੁਲਕ ਛੱਡਿਆ, ਕੰਟੀਨੈਂਟ ਛੱਡਿਆ ਤੇ ਅਫਰੀਕਾ ਪਹੁੰਚ ਗਏ ਤਾਂ ਕਿ ਗਰੀਬ ਤੇ ਗਰੀਬ ਕਿਸਾਨਾਂ ਨੂੰ ਉਹ ਮਿਲ ਸਕੇ ਜੋ ਪੀੜ੍ਹੀ ਦਰ ਪੀੜ੍ਹੀ ਸਾਲ ਦਰ ਸਾਲ ਉਹਨਾਂ ਨੂੰ ਡਿਨਾਈ ਕੀਤਾ ਗਿਆ ਸੀ। ਨਾ ਉਹਨਾਂ ਨੂੰ ਪ੍ਰੋਫਿਟ ਮਿਲ ਰਹੇ ਸੀ, ਨਾ ਬਿਜਲੀ, ਨਾ ਪਾਣੀ, ਘੋਰ ਅੰਧੇਰਾ। ਇਸ ਸਮੇਂ ਵਿੱਚ ਇਹ ਸਾਡਾ ਸ਼ੁਰਵੀਰ ਕਰਨ ਸਿੰਘ ਭਾਟੀਆ ਅਫਰੀਕਾ ਪਹੁੰਚਿਆ ਔਰ ਉੱਥੇ ਇਹਨੇ ਕਿਸਾਨਾਂ ਦੀ ਪ੍ਰੋਬਲਮਸ ਨੂੰ ਸੋਲਵ ਕਰਨ ਲਈ ਪੂਰੀ ਜ਼ੋਰ ਸ਼ੋਰ ਮਿਹਨਤ ਨਾਲ ਉਪਰਾਲਾ ਕੀਤਾ ਤੇ ਅੱਜ ਦੀ ਤਰੀਕ ਵਿੱਚ ਅਫਰੀਕਾ ਦੇ ਸਭ ਦੇਸ਼ਾਂ ਵਿੱਚ ਇਹਨਾਂ ਨੇ ਕਿਸਾਨਾਂ ਦੀ ਲਾਈਫ ਇੰਪਰੂਵ ਕੀਤੀ ਹੈ ਔਰ ਰੋਜ਼ ਹਜ਼ਾਰਾਂ ਕਿਸਾਨ ਇਹਨਾਂ ਨਾਲ ਜੁੜ ਰਹੇ ਨੇ ਔਰ ਇਹਨਾਂ ਦੇ ਐਕਸ਼ਨਸ ਨਾਲ ਉਹਨਾਂ ਦੀ ਲਾਈਫ ਤੇ ਪੋਜ਼ਿਟਿਵ ਇੰਪੈਕਟ ਹੋ ਰਿਹਾ ਹੈ। ਕਰਨ ਵੀਰ ਜੀ, ਤੁਹਾਡਾ ਸਾਡੇ ਸ਼ੋਅ ਤੇ ਬਹੁਤ-ਬਹੁਤ ਵੈਲਕਮ ਹੈ। ਇੱਕ ਆਨਰ ਹੈ ਕਿ ਤੁਹਾਡੇ ਵਰਗੇ ਸ਼ੇਰ ਸਿੰਘ ਤੁਸੀਂ ਪ੍ਰੂਵ ਕਰਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਇਕੱਲੇ ਅਗਰ ਚਾਹੇ ਲੱਖਾਂ ਲੋਕਾਂ ਨੂੰ ਇੰਪੈਕਟ ਕਰ ਸਕਦਾ ਹੈ। ਤੁਹਾਡਾ ਬਹੁਤ ਵੈਲਕਮ ਹੈ ਸਾਡੇ ਸ਼ੋਅ। ਥੈਂਕ ਯੂ ਸੋ ਮਚ ਸਰ। ਥੋੜਾ ਆਪਣੇ ਬਾਰੇ ਦੱਸੋ ਕਰਨ ਵੀਰ ਜੀ। ਇਹ ਇੱਕ ਮੇਰਾ ਮਦਰ ਦਾ ਵਿਜ਼ਨ ਸੀ ਕਿ ਅਸੀਂ ਕਿਸਾਨਾਂ ਬਾਰੇ ਕੁਝ ਕਰਨਾ ਹੈ। ਉਹਨਾਂ ਦਾ ਹਮੇਸ਼ਾ ਇਹ ਸੁਪਨਾ ਸੀ ਕਿ ਅਸੀਂ ਕਿਸਾਨਾਂ ਦੀ ਲਾਈਫ ਤੇ ਕੀ ਚੇਂਜ ਲਿਆ ਸਕਦੇ ਹਾਂ। ਮੇਰੀ ਮਦਰ ਵਾਈਸ ਪ੍ਰਿੰਸੀਪਲ ਰਿਟਾਇਰ ਨੇ ਕੇਂਦਰੀ ਵਿਦਿਆਲੇ ਤੋਂ ਤੇ ਉਹਨਾਂ ਦਾ ਇੱਕੋ ਸੁਪਨਾ ਸੀ ਕਿ ਮੈਂ ਰਿਟਾਇਰਮੈਂਟ ਤੋਂ ਬਾਅਦ ਕਿਸਾਨਾਂ ਦੀ ਫੈਮਲੀਜ਼ ਦੇ ਬਾਰੇ ਅਸੀਂ ਸਾਰੇ ਜਿੰਨੇ ਰਿਟਾਇਰਡ ਟੀਚਰ ਆ ਉਹਨਾਂ ਨਾਲ ਮਿਲ ਕੇ ਅਸੀਂ ਘਰ ਘਰ ਜਾਵਾਂਗੇ, ਉਹਨਾਂ ਦੀ ਪ੍ਰੋਬਲਮਸ ਦੇਖਾਂਗੇ। ਉਹਨਾਂ ਦਾ ਸੁਪਨਾ ਸੀ ਕਿ ਅਸੀਂ NGO ਖੋਲਾਂਗੇ। ਲੇਕਿਨ ਆਪਾਂ ਜਦੋਂ NGO ਦੀ ਗੱਲ ਕਰਨੀ ਆ ਨਾ ਤੇ ਸਾਡੇ ਮਨ ਵਿੱਚ ਸਿਰਫ ਇੱਕੋ ਖਿਆਲ ਆਉਂਦਾ ਹੈ ਕਿ ਅਸੀਂ ਡੋਨੇਸ਼ਨ ਮੰਗਣ ਜਾਣੀ ਹੈ। ਡੋਨੇਸ਼ਨ ਮੰਗਣ ਨਾਲ ਸਭ ਤੋਂ ਵੱਡਾ ਨੈਗੇਟਿਵ ਪੁਆਇੰਟ ਕੀ ਹੈ, ਸਾਡਾ ਮਾਈਂਡਸੈਟ ਇਹ ਕਹਿ ਦਿੰਦਾ ਹੈ ਕਿ ਯਾਰ ਪਤਾ ਨਹੀਂ ਇਹ ਪੈਸਾ ਉੱਥੇ ਲੱਗ ਰਿਹਾ ਕਿ ਨਹੀਂ ਲੱਗ ਰਿਹਾ। ਤੇ ਫਿਰ ਮੈਨੂੰ ਮੇਰੀ ਮਦਰ ਦੇ ਰਿਟਾਇਰਮੈਂਟ ਤੋਂ ਬਾਅਦ ਬਿਜ਼ਨਸ ਨੂੰ ਡਿਵੈਲਪ ਕਰਨ ਵਾਸਤੇ ਮੈਨੂੰ 3 ਸਾਲ ਲੱਗ ਗਏ ਕਿ ਐਵੇਂ ਜਿਹਾ ਕਿਵੇਂ ਜਿਹਾ ਕੀਤਾ ਜਾਏ ਕਿ NGO ਨੂੰ ਇੱਕ ਰਿਵੈਨਿਊ ਮਾਡਲ ਬੇਸਡ ਬਿਜ਼ਨਸ ਲਾਇਆ ਜਾਏ। ਰਿਵੈਨਿਊ ਮਾਡਲ ਦੀ ਜਦ ਆਪਾਂ ਗੱਲ ਕਰਨੇ ਆ ਨਾ ਤੇ ਸਾਡਾ ਸਿਰਫ ਇੱਕੋ ਫੰਡਾ ਸੀ ਕਿ ਅਸੀਂ ਜਿੰਨੇ ਬੰਦਿਆਂ ਨੂੰ ਆਪਣੇ ਨਾਲ ਜੋੜ ਰਹੇ ਹਾਂ ਅਸੀਂ ਉਹਨਾਂ ਦਾ ਖਿਆਲ ਰੱਖ ਸਕੀਏ। ਇਹ ਨਹੀਂ ਮਤਲਬ ਸੀ ਕਿ ਅਸੀਂ ਉਹਨਾਂ ਨੂੰ ਲੁੱਟ ਲਈਏ। ਕਿਉਂਕਿ ਅੱਜ ਕੱਲ੍ਹ ਜੋ ਵੀ ਬੰਦਾ ਬਿਜ਼ਨਸ ਕਰਦਾ ਹੈ ਨਾ ਉਹਦਾ ਪ੍ਰਾਈਮ ਮੋਟਿਵ ਜਿਹੜਾ ਹੁੰਦਾ ਹੈ ਨਾ
ਉਹ ਮੋਟਿਵ ਹੁੰਦਾ ਕਿ ਅਸੀਂ ਪੈਸਾ ਕਿੱਦਾਂ ਕਮਾਉਣਾ ਹੈ। ਮੇਰਾ ਮੋਟਿਵ ਹੈ ਸੀ ਅਸੀਂ ਚੇਂਜ ਕਿੱਦਾਂ ਲਿਆਣਾ ਹੈ। ਆਈ ਜਸਟ ਵਾਂਟ ਟੂ ਕ੍ਰੀਏਟ ਦੈਟ ਲੈਗੇਸੀ ਕਿ ਕਿਸੇ ਕੁਝ ਕੀਤਾ ਕਿਵੇਂ, ਉਹਨਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਸਮਝਾ ਕੇ ਉਹਨਾਂ ਦੀ ਪ੍ਰੋਬਲਮਾਂ ਖੁਦ ਦੇਖ ਕੇ ਬੀਅਰ ਕਰਕੇ ਉਹਨਾਂ ਨੂੰ ਝੇਲ ਕੇ ਤਾਂ ਉਹਨਾਂ ਨੂੰ ਦੱਸਿਆ ਕਿ ਇਹ ਚੀਜ਼ ਨੂੰ ਐਵੇਂ ਠੀਕ ਕੀਤਾ ਜਾ ਸਕਦਾ ਹੈ ਤੇ ਇਹ ਚੀਜ਼ ਨੂੰ ਐਵੇਂ ਠੀਕ ਕੀਤਾ ਜਾ ਸਕਦਾ। ਇੱਥੋਂ ਸ਼ੁਰੂਆਤ ਹੋਈ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਅੱਜ ਜਿਵੇਂ ਮੈਂ ਤੁਹਾਨੂੰ ਦੱਸਿਆ 7 ਕੰਟਰੀਆਂ ਦੇ ਕਰੀਬ 4.5 ਲੱਖ ਫਾਰਮਰਸ ਨੂੰ ਡਾਇਰੈਕਟਲੀ ਇਨਡਾਇਰੈਕਟਲੀ ਅਸੀਂ ਅਪਰੋਚ ਕੀਤਾ ਹੋਇਆ ਹੈ। ਉਹਨਾਂ ਦੀ ਹੈਲਪ ਕਰ ਰਹੇ ਹਾਂ, ਗਾਈਡ ਕਰ ਰਹੇ ਹਾਂ, ਕੰਸਲਟ ਕਰ ਰਹੇ ਹਾਂ ਔਰ ਉਹਨਾਂ ਦੀ ਪ੍ਰੋਬਲਮ ਦੇ ਉੱਤੇ ਅਸੀਂ ਇੰਡੀਆ ਦੇ ਵੱਡੇ ਜਿਹੜੇ ਸਕਾਲਰਸ ਨੇ ਜਾਂ PhD ਹੋਲਡਰਸ ਨੇ ਜਾਂ ਸਾਇੰਟਿਸਟ ਨੇ ਉਹਨਾਂ ਨਾਲ ਮਿਲ ਕੇ ਅਸੀਂ ਉਹਦਾ ਸੋਲੂਸ਼ਨ ਕੱਢ ਰਹੇ ਹਾਂ। ਵਾਹਿਗੁਰੂ। ਇੱਕ ਇਹੋ ਜਿਹੇ ਟਾਈਮ ਵਿੱਚ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪਿਛਲੇ 2 ਸਾਲ ਤੋਂ ਪੂਰੀ ਦੁਨੀਆ ਤੇ ਕੋਵਿਡ ਦੀ ਮਾਰ ਸੀ। 2020 ਔਰ 2021 ਬਹੁਤ ਮਾੜਾ ਗਿਆ ਹੈ, ਜਿੱਥੇ ਬਹੁਤ ਪਰੇਸ਼ਾਨੀਆਂ ਹੋਈਆਂ ਨੇ, ਪਰ ਕਰਨ ਸਿੰਘ ਭਾਟੀਆ ਵਰਗੇ ਵੀਰ 2020 ਦੇ ਵਿੱਚ ਅਫਰੀਕਾ ਪਹੁੰਚੇ। ਉਹ ਅਫਰੀਕਾ ਵਿੱਚ ਇੱਕ ਕਰਕੇ 7 ਦੇਸ਼ਾਂ ਵਿੱਚ ਗਏ ਔਰ ਇੱਕ ਫਾਰਮਰ ਤੋਂ ਸ਼ੁਰੂ ਕਰਕੇ ਅੱਜ ਦੀ ਤਰੀਕ ਵਿੱਚ 4.5 ਲੱਖ ਫਾਰਮਰਸ ਨੂੰ ਇਹਨਾਂ ਨੇ ਡਾਇਰੈਕਟਲੀ ਇੰਪੈਕਟ ਕੀਤਾ ਹੈ। ਉੱਥੇ ਕੀ ਐਕਟੀਵਿਟੀਆਂ ਕੀਤੀਆਂ ਨੇ? ਜੋ ਸਰ ਅਸੀਂ ਇੱਕ ਸਪਲਾਈ ਚੇਨ ਮੋਡਿਊਲ ਨੂੰ, ਜਿਹੜਾ ਸਪਲਾਈ ਚੇਨ ਦਾ ਇੱਕ ਟ੍ਰੈਡੀਸ਼ਨਲ ਆਰਥੋਡਾਕਸ ਬਿਜ਼ਨਸ ਚੱਲ ਰਿਹਾ ਨਾ, ਅਸੀਂ ਉਹਨੂੰ ਸਭ ਤੋਂ ਪਹਿਲੇ ਦੇਖਿਆ ਕਿ ਇਹਨੂੰ ਕਿਵੇਂ ਠੀਕ ਕਰਨਾ। ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦੇਣਾ। ਜਿਵੇਂ ਘਾਨਾ ਤੋਂ ਅੰਬ ਜਾ ਰਹੇ ਸੀ ਯੂਨਾਈਟਿਡ ਕਿੰਗਡਮ, ਤੇ ਜਿਹੜਾ ਕਿਸਾਨ ਕੋਲੋਂ ਅੰਬ ਲੈ ਕੇ ਜਾ ਰਿਹਾ ਸੀ 3 ਅੰਬ ਲੈ ਕੇ ਜਾ ਰਿਹਾ ਸੀ 1 ਪਾਉਂਡ ਦਾ, ਉੱਥੇ ਦੇ 6 ਰੁਪਏ ਘਾਨਾ ਸੀਡੀਜ਼ ਦੇ। ਤੇ ਉਹ ਜਿਹੜੇ ਅੰਬ ਨੇ ਨਾ ਉਹ ਇੰਗਲੈਂਡ ਵਿਕ ਰਹੇ ਨੇ 27 ਪਾਉਂਡ ਦੇ 3 ਅੰਬ। ਤੇ ਮਾਰਜਿਨ ਜਿਹੜਾ ਪ੍ਰੋਫਿਟ ਹੈ ਨਾ ਉਹ ਸਾਰਾ ਮਿਡਲਮੈਨ ਲੈ ਜਾਂਦਾ ਹੈ, ਕਿਸਾਨ ਉੱਥੇ ਦਾ ਉੱਥੇ। ਤੇ ਅਸੀਂ ਕੀ ਕੀਤਾ, ਅਸੀਂ ਇਹਨੂੰ ਐਵੇਂ ਸ਼ੁਰੂ ਕੀਤਾ ਕਿ ਬਈ ਕਿਸਾਨਾਂ ਨੂੰ ਤੁਹਾਨੂੰ ਤਕਲੀਫ ਕੀ ਹੈ, ਪਹਿਲੇ ਤੁਸੀਂ ਦੱਸੋ ਤੁਸੀਂ ਇਹ ਕਿੱਦਾਂ ਕਰ ਰਹੇ ਹੋ। ਕਈ ਕਿਸਾਨ ਆਏ, ਸਰ ਸਾਡੇ ਕੋਲ 50 ਏਕੜ ਜ਼ਮੀਨ ਹੈ ਲੇਕਿਨ ਅਸੀਂ ਵਾਹ ਜਿਹੜੀ ਹੈ ਜ਼ਮੀਨ 5 ਏਕੜ ਹੀ ਵਾਹ ਪਾਉਂਦੇ ਹਾਂ, ਬਾਕੀ ਵਾਹ ਹੀ ਨਹੀਂ ਪਾਉਂਦੇ। ਬਈ ਕਿਉਂ? ਸਰਦਾਰ ਜੀ ਸਾਡੇ ਕੋਲ ਨਾ ਮਿਸਟਰ ਸਿੰਘ ਸਾਡੇ ਕੋਲ ਮਸ਼ੀਨਾਂ ਹੀ ਨਹੀਂ ਨੇ, ਜਿਹੜੀਆਂ ਮਸ਼ੀਨਾਂ ਨੇ ਉਹ ਅਫੋਰਡੇਬਲ ਨਹੀਂ ਨੇ। ਅਗਰ ਅਫੋਰਡੇਬਲ ਵੀ ਹੋ ਜਾਂਦੀਆਂ ਨੇ ਤਾਂ ਮਸ਼ੀਨਾਂ ਦੀ ਕੁਆਂਟੀਟੀ ਇੰਨੀ ਘੱਟ ਹੈ ਕਿ ਉੱਥੇ ਤੱਕ ਪਹੁੰਚ ਹੀ ਨਹੀਂ ਸਕਦੀਆਂ। ਇਹਦੇ ਵਿੱਚ ਵੀ ਡਿਮਾਂਡ ਸਪਲਾਈ ਆ ਜਾਂਦਾ ਹੈ। ਡਿਮਾਂਡ ਬਹੁਤ ਹੈ, ਸਪਲਾਈ ਹੈ ਨਹੀਂ ਤੇ ਪ੍ਰਾਈਸਸ ਵਧਨੇ ਸੀ। ਤੇ ਅਸੀਂ ਇਸ ਚੇਨ ਨੂੰ ਨਾ ਠੀਕ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਹਜੇ ਆਪਣੇ ਉਹਨੇ ਟਰੈਕਟਰ ਖਰੀਦ ਨਹੀਂ ਪਾਏ, ਬਟ ਅਸੀਂ ਲੋਕਾਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਪ੍ਰੋਪਰ ਤੁਹਾਡੇ ਟਰੈਕਟਰਾਂ ਦੀ ਮੇਨਟੇਨੈਂਸ ਸਾਡੀ, ਸਭ ਕੁਝ ਸਾਡਾ, ਤੁਸੀਂ ਰੈਂਟ ਸਾਡੇ ਹਿਸਾਬ ਨਾਲ ਲਓਗੇ ਔਰ ਤੁਹਾਨੂੰ ਅਸੀਂ ਮੰਥਲੀ ਪੂਰਾ ਕੰਮ ਦਾਂਗੇ। ਤੇ ਐਦਾਂ ਕਰਕੇ ਅਸੀਂ ਇਹ ਸਪਲਾਈ ਨੂੰ ਸ਼ੁਰੂ ਕੀਤਾ। ਕਈਆਂ ਨੇ ਮੈਨੂੰ ਇੱਥੇ ਤੱਕ ਕਿਹਾ ਕਿ ਸਰਦਾਰ ਜੀ ਤੁਸੀਂ ਲਾਸ ਦਾ ਬਿਜ਼ਨਸ ਕਰ ਰਹੇ ਹੋ, ਇਹ ਜਿਹੜਾ 1 ਏਕੜ ਦਾ ਰੈਂਟ ਹੈ ਨਾ ਇਹ $35 ਹੋਣਾ ਚਾਹੀਦਾ ਸੀ। ਤੇ ਮੈਂ ਕਿਹਾ ਨਹੀਂ ਜੀ, ਅਸੀਂ ਕਿਸਾਨਾਂ ਦੇ ਉੱਤੇ ਜਾਤੀ ਨਹੀਂ ਕਰਨੀ, ਅਸੀਂ ਉਹਨਾਂ ਦੀ ਮਦਦ ਕਰਨ ਆਏ ਹਾਂ। ਤੇ ਅਸੀਂ ਉਹਨੂੰ ਐਦਾਂ ਰੱਖ ਲਿਆ ਕਿ ਸਾਡਾ ਵੀ ਬਿਜ਼ਨਸ ਚੱਲੇ ਔਰ ਕਿਸਾਨਾਂ ਤੇ ਵੀ ਲੋੜ ਨਾ ਆ ਪਾਏ। ਤੇ ਐਦਾਂ ਹੀ ਕਰਕੇ ਅਸੀਂ ਹਰ ਚੀਜ਼ ਨੂੰ ਇੱਕ ਪੋਜ਼ਿਟਿਵ ਵੇ ਤੇ ਲੈ ਕੇ ਗਏ। ਅਸੀਂ ਆਪਣੇ ਬਾਰੇ ਨਹੀਂ ਸੋਚਿਆ, ਅਸੀਂ ਕਿਸਾਨ ਬਾਰੇ ਸੋਚਿਆ। ਔਰ ਅੱਜ ਜੋ ਵੀ ਹੈਗੇ ਆ ਅਸੀਂ ਕਿਸਾਨਾਂ ਦੀ ਬਦੌਲਤ ਹੈਗੇ ਆ। ਪਲੱਸ ਸਾਡੇ ਨਾਲ ਧੀਰੇ ਇਸ ਟਾਈਮ 18,000 ਫਾਰਮਿੰਗ ਕਮਿਊਨਿਟੀਜ਼ ਜੁੜ ਚੁੱਕੀਆਂ ਨੇ, ਜਿਨ੍ਹਾਂ ਨੂੰ ਅਸੀਂ ਡਾਇਰੈਕਟਲੀ ਔਰ ਇਨਡਾਇਰੈਕਟਲੀ ਗਾਈਡ ਕਰਨੇ ਆ। ਹੋਰ ਗੁਰੂ ਮਹਾਰਾਜ ਨੇ ਚਾਹਿਆ ਤੇ ਬੜੀ ਜਲਦੀ ਇਸ ਸਾਰੀਆਂ ਜਗ੍ਹਾ ਤੇ ਅਸੀਂ ਆਪਣੀਆਂ ਖੁਦ ਦੀਆਂ ਮਸ਼ੀਨਾਂ ਭੇਜ ਦਾਂਗੇ। ਵਾਹਿਗੁਰੂ ਰੱਬ ਕਰੇ ਤੁਹਾਡੀ ਇਹ ਮਨੋਕਾਮਨਾ ਛੇਤੀ ਤੋਂ ਛੇਤੀ ਪੂਰੀ ਹੋਏ। ਔਰ ਮੈਂ ਤੁਹਾਡੀ ਕੰਪਨੀ ਦਾ ਨਾਮ ਹੈਲੋ 9X ਪੜ੍ਹ ਕੇ ਥੋੜਾ ਜਿਹਾ ਮੈਂ ਇਹ ਸੋਚ ਰਿਹਾ ਕਿ ਇਹੋ ਜਿਹਾ ਨਾਂ ਕਿਉਂ ਰੱਖਿਆ ਹੈ? ਇਹਦਾ ਨਾਮ ਹੈ ਇਸ ਕਰਕੇ ਹੈਲੋ 9X ਰੱਖਿਆ ਹੈ ਕਿ ਮੈਂ ਜਦੋਂ ਸਰਵੇ ਕਰਾਇਆ ਸੀ ਤੇ ਇਹ ਸਰਵੇ ਵਿੱਚ ਨਿਕਲ ਕੇ ਆਇਆ ਕਿ ਐਗਰੀਕਲਚਰ ਜਿਹੜੀ ਇੰਡਸਟਰੀ ਹੈ ਨਾ ਉਹਦੀ ਪ੍ਰੋਬਲਮ ਨੋ ਨੇ। ਕਿਹੜੀ ਨੇ ਨੋ ਪ੍ਰੋਬਲਮ? ਜਿਹੜੀ ਸਭ ਤੋਂ ਪਹਿਲੀ ਹੈ ਉਹ ਵੇ ਹਰ ਕਿਸਾਨ, ਜਿਹੜਾ ਦੁਨੀਆ ਦਾ 97% ਕਿਸਾਨ ਹੈ ਨਾ ਉਹਦੇ ਕੋਲ 1 ਹੈਕਟੇਅਰ ਤੋਂ ਘੱਟ ਜ਼ਮੀਨ ਹੈ। 1 ਹੈਕਟੇਅਰ ਦਾ ਮਤਲਬ ਹੋ ਗਿਆ 2.5 ਏਕੜ। 2.5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ 97% ਨੇ, ਬਾਕੀ ਵੱਡੇ ਨੇ। ਤੇ ਹੁਣ ਕੀ ਕੀਤਾ ਜਾਏ, ਇਹਨਾਂ ਨੂੰ ਸੈਗਮੈਂਟਾਈਜ਼ ਕੀਤਾ ਜਾਏ। ਜਿਵੇਂ ਹੁਣ ਸਿੰਘ ਸਾਹਿਬ ਅਸੀਂ ਅਗਰ ਗੱਲ ਕਰੀਏ, ਤੁਹਾਡੇ ਕੋਲ 1/2 ਏਕੜ ਹੈ, ਮੇਰੇ ਕੋਲ 1/2 ਏਕੜ ਹੈ, ਤੇ ਤੁਸੀਂ ਗੇਹੂੰ ਉਗਾਈ ਕੋਈ ਵੈਰਾਈਟੀ ਦੀ, ਮੈਂ ਗੇਹੂੰ ਉਗਾਈ ਕੋਈ ਵੈਰਾਈਟੀ ਦੀ, ਤੇ ਅਸੀਂ ਇਹਦੇ ਵਿੱਚ ਹੀ ਪੈਸਾ ਖਰਚੀ ਜਾਂਦੇ ਹਾਂ ਕਿ ਬਈ ਤੁਸੀਂ ਇੱਦਾਂ ਕਰੋ ਕਿ ਤੁਸੀਂ ਇਹਨੂੰ ਕਿੱਥੇ ਸਾਂਭੋਗੇ, ਮੈਂ ਕਿੱਥੇ ਸਾਂਭਾਂਗਾ। ਤੇ ਮੈਂ ਇੱਕ ਆਈਡੀਆ ਡਿਰਾਈਵ ਕੀਤਾ। ਉਹ ਆਈਡੀਆ ਇਹ ਸੀ, ਜਿਵੇਂ ਹਰ ਕੰਟਰੀ ਦੀ ਗਵਰਨਮੈਂਟ ਕਰਦੀ ਹੈ 1 ਡਿਸਟ੍ਰਿਕਟ 1 ਫੈਕਟਰੀ, ਐਦਾਂ ਅਸੀਂ ਕਰਤਾ 1 ਡਿਸਟ੍ਰਿਕਟ 1 ਕ੍ਰੌਪ।
ਜਿੰਨਾ ਵੀ ਉਸ ਇੱਕ ਡਿਸਟ੍ਰਿਕਟ ਵਿੱਚ ਅਸੀਂ ਸਾਡੇ ਕੋਲ ਜਿੰਨੀ ਵੀ ਜ਼ਮੀਨ ਹੈ, ਜਿੰਨੇ ਕਿਸਾਨ ਸਾਡੇ ਨਾਲ ਜੁੜਨਗੇ, ਉਹਨੂੰ ਆਪਾਂ ਕਹਾਂਗੇ ਸਿਰਫ ਇੱਕੋ ਹੀ ਵੈਰਾਈਟੀ ਦਾ ਕ੍ਰੌਪ ਉਗਾਉਣਾ, ਜਿਹੜਾ ਸਾਹਮਣਾ ਵੀ ਸੌਖਾ ਹੈ, ਵੇਚਣਾ ਵੀ ਸੌਖਾ ਹੈ ਤੇ ਇਹਦੇ ਤੇ ਪੈਸੇ ਵੀ ਬਹੁਤ ਬਚਣਗੇ। ਕਿਉਂਕਿ ਜਿਹੜਾ ਸਭ ਤੋਂ ਜ਼ਿਆਦਾ ਖਰਚਾ ਆਉਂਦਾ ਪੋਸਟ ਹਾਰਵੈਸਟ ਦਾ ਖਰਚਾ ਹੈ, ਲੌਜਿਸਟਿਕ ਹੈ, ਸਟੋਰੇਜ ਹੈ, ਤੇ ਇਹ ਸਭ ਪ੍ਰੋਬਲਮਸ ਨੂੰ ਅਸੀਂ ਰੈਕਟੀਫਾਈ ਕਰਦੇ ਗਏ ਤੇ ਐਦਾਂ ਅਸੀਂ ਜਿਹੜਾ ਜਿਹਨੂੰ ਲੈਂਡ ਸੈਗਮੈਂਟਾਈਜ਼ ਕਹੀਦਾ ਨਾ, ਉਹਨੂੰ ਠੀਕ ਕੀਤਾ। ਪੁਰਾਣੇ ਜ਼ਮਾਨੇ ਦੇ ਸੀਡਸ ਵਰਤ ਰਹੇ ਸਨ ਜਿਨ੍ਹਾਂ ਦੀ ਪੈਦਾਵਾਰ ਹੀ ਨਹੀਂ ਸੀ, ਉਹ ਸੀਡ ਤੇ ਕੀੜਾ ਵੀ ਬੜਾ ਲੱਗਦਾ, ਉਹਦੇ ਤੇ ਉਹ ਲੋਕ ਕੈਮੀਕਲ ਪਾਉਂਦੇ ਸੀ, ਯੂਰੀਆ ਪਾਉਂਦੇ ਸੀ ਜ਼ਮੀਨ ਤੇ ਪੈਦਾਵਾਰ ਵਧਾਉਣ ਵਾਸਤੇ, ਤੇ ਪੈਸਟੀਸਾਈਡ, ਇਨਸੈਕਟੀਸਾਈਡ, ਵੀਡੀਸਾਈਡ। ਤੇ ਅਸੀਂ ਸਾਰਿਆਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਹਾਈਬ੍ਰਿਡ ਸੀਡ ਦੇਵਾਂਗੇ, ਤੁਸੀਂ ਇਹ ਉਗਾਓ ਜਿਹੜੀ ਜਨਰਲ ਬੇਸਿਕ ਡਿਸੀਜ਼ਸ ਨੇ ਉਹਦੇ ਤੋਂ ਇਹ ਵਾਲੀ ਜਿਹੜੀ ਸੀਡ ਹੈ ਨਾ, ਇਹ ਵਾਲਾ ਬੀਜ ਹੈ, ਆਪਣੇ ਆਪ ਲੜ ਸਕਦਾ ਹੈ, ਤੁਹਾਨੂੰ ਕੁਝ ਪਾਉਣ ਦੀ ਲੋੜ ਨਹੀਂ। ਫਿਰ ਅਸੀਂ ਉਹਨਾਂ ਨੂੰ ਆਰਗੈਨਿਕ ਫਾਰਮਿੰਗ ਸਿਖਾਈ ਕਿ ਅਗਰ ਤੁਸੀਂ ਬਾਹਰ ਵੇਚਣਾ ਚਾਹ ਰਹੇ ਹੋ ਤਾਂ ਕੈਮੀਕਲ ਟੈਸਟ ਤੋਂ ਫ੍ਰੀ ਹੋ ਜਾਣ, ਤੇ ਇਹ ਸਾਰਾ ਕੁਝ ਕਰਕੇ ਐਵੇਂ ਨੋ ਪ੍ਰੋਬਲਮ ਸੋਲਵ ਕੀਤੀਆਂ। ਹੈਲੋ ਦਾ ਮਤਲਬ ਇਹ ਆ ਗਿਆ, ਪਹਿਲੇ ਮੈਂ HELLO ਰੱਖਣਾ ਸੀ, ਲੇਕਿਨ ਫਿਰ ਜਦੋਂ ਮੈਂ HALLO ਕੀਤਾ ਤੇ ਥੋੜਾ ਅਟਰੈਕਟਿਵ ਸੀ, ਤੇ ਨਾਲ ਹੀ ਨਾਲ ਮੈਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਤਲਬ ਮੈਂ ਉਹਨਾਂ ਨੂੰ ਬਹੁਤ ਮੰਨਣਾ ਵਾਂ। ਸਾਡੀ ਹੈਲੋ 9X ਕੰਪਨੀ ਦੇ ਕਰਤਾ ਧਰਤਾ ਉਹੀਓ ਨੇ, ਅਸੀਂ ਤੇ ਉਹਨਾਂ ਕੋਲ ਨੌਕਰੀ ਪੇ ਕਰਨੇ ਆ, ਤੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ 9ਵੀਂ ਪਾਤਸ਼ਾਹੀ ਨੇ, ਤੇ ਅਸੀਂ 9 ਨੰਬਰ ਨੂੰ ਮੈਂ ਬਹੁਤ ਮੰਨਣਾ ਵਾਂ, ਤੇ ਇਸ ਕਰਕੇ ਹੈਲੋ 9X ਨਾਮ ਹੈ। ਦੇਖੋ, ਇਹ ਲੋਕ ਕਹਿੰਦੇ ਨੇ ਗੁਰੂ ਦਾ ਨਾਮ ਲੈ ਕੇ ਕਰੋ, ਇਹ ਗੁਰੂ ਦਾ ਨੰਬਰ ਬਣਾ ਕੇ, ਔਰ ਗੁਰੂ ਤੇਗ ਬਹਾਦਰ ਜੀ ਦੀ ਅਪਾਰ ਕਿਰਪਾ ਹੈ ਜੋ ਇੰਨਾ ਵੱਡਾ ਉਪਰਾਲਾ ਇਹ ਸਾਡਾ ਯੰਗ ਬੱਚਾ ਇਕੱਲੇ ਆਪਣੇ ਕੰਧੇ ਲੈ ਕੇ ਕਰਦਾ ਪਿਆ ਹੈ। ਪਰ ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਬਖਸ਼ਿਸ਼ ਹੈ, ਉਹ ਕਹਿੰਦੇ ਨੇ ਨੌ ਨਿਧਾਇਤ ਆਏ। ਹਾਂਜੀ, ਗੁਰੂ ਤੇਗ ਬਹਾਦਰ ਜੀ ਦਾ ਦੀ ਕਿਰਪਾ ਅਗਰ ਪੈ ਜਾਂਦੀ ਹੈ ਤੇ ਸੱਚਮੁੱਚ ਨੌ ਦੇ ਟ੍ਰੈਜਰਸ ਸਾਨੂੰ ਮਿਲ ਜਾਂਦੇ ਨੇ। ਵੀਰ ਜੀ, ਸਭ ਤੋਂ ਅਚਰਜ ਵਾਲੀ ਗੱਲ ਇਹ ਹੈਗੀ ਹੈ, ਤੁਹਾਨੂੰ ਤੁਹਾਡੀ ਮਦਰ ਨੂੰ ਐਗਰੀਕਲਚਰ ਦੀ ਕੋਈ ਨੌਲੇਜ ਵੀ ਨਹੀਂ ਹੈਗੀ, ਫਿਰ ਵੀ ਤੁਸੀਂ ਇੰਨਾ ਵੱਡਾ ਪੀੜਾ ਕਿੱਦਾਂ ਚੁੱਕਿਆ ਤੇ ਕਿਸ ਤਰ੍ਹਾਂ ਕਰਦੇ ਪਏ ਹੋ ਇਹ? ਸਰ, ਮਦਰ MSc ਬੋਟਨੀ ਨੇ, ਉਹਨਾਂ ਨੂੰ ਮਾੜੀ ਮੋਟੀ ਨੌਲੇਜ ਹੈ ਸੀ। ਮਾੜੀ ਮੋਟੀ ਇਸ ਕਰਕੇ ਕਿ ਐਗਰੀਕਲਚਰ ਐਕਟੀਵਿਟੀ ਦੀ ਨੌਲੇਜ ਨਹੀਂ ਸੀ, ਬਟ ਪਲਾਂਟ ਬਰੀਡਿੰਗ ਔਰ ਉਹ ਸਭ ਦਾ ਹੈ ਸੀ। ਬਟ ਸਰ, ਮੇਰਾ ਆਪਣਾ ਇੱਕ ਮੰਨਣਾ ਵੇ, ਅਗਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤੇ ਹੋ ਕੇ ਰਹਿੰਦਾ। ਬਸ ਤੁਹਾਡਾ ਪੈਸ਼ਨ ਕਿੱਦਾਂ ਦਾ ਹੈ, ਤੁਹਾਡੀ ਅਪਰੋਚ ਕਿੱਦਾਂ ਦੀ ਹੈ, ਔਰ ਤੁਸੀਂ ਉਸ ਬਾਰੇ ਕਿੰਨਾ ਸੀਰੀਅਸ ਹੈਗੇ ਹੋ। ਸੀਰੀਅਸ ਨੂੰ ਜਦੋਂ ਆਪਾਂ ਗੱਲ ਕਰਨੇ ਆ ਸਰ, ਤੇ ਮਤਲਬ ਇਹ ਜਰਨੀ ਇੰਨੀ ਸੌਖੀ ਨਹੀਂ ਸੀ। ਮੈਂ ਬਹੁਤ, ਜਿਹਨੂੰ ਕਹੀਦਾ ਨਾ, ਤੂਫਾਨਾਂ ਨਾਲ ਵੀ ਲੜਿਆ ਵਾਂ। ਮਤਲਬ ਮੈਂ ਬਹੁਤ ਕੁਝ ਸਿਆ ਵੇ। ਕਈ ਵਾਰ ਮੈਂ ਤੁਹਾਨੂੰ ਸੱਚੀ ਦੱਸਾਂ ਤੇ ਮੈਂ ਖਾਣਾ ਵਰਗੀ ਜਗ੍ਹਾ ਮੈਂ ਨੌਨ ਵੈਜ ਨਹੀਂ ਖਾਂਦਾ, ਤੇ ਮੈਂ ਮੈਗੀ, ਕੱਚੀ ਮੈਗੀ ਤੋੜ ਕੇ ਮੂੰਹ ਤੇ ਪਾ ਕੇ ਪਾਣੀ ਪੀ ਕੇ ਸੋ ਜਾਂਦਾ ਸੀ। ਐਵੇਂ ਵੀ ਹਾਲਾਤ ਵਿੱਚ ਰਿਹਾ ਵਾਂ। ਮੇਰੀ ਪੂਰੀ ਸਕਿਨ ਬਰਨ ਹੋ ਗਈ, ਉੱਥੇ ਪਪੜੀਆਂ ਉਤਰਨ ਲੱਗ ਗਈਆਂ। ਬਟ ਫੈਕਟ ਇਹ ਸੀ ਕਿ ਸਰ, ਕਿਸੇ ਵਾਸਤੇ ਕੁਝ ਕਰਨਾ ਸੀ, ਕਿਸੇ ਦਾ ਮਤਲਬ ਕਿਸਾਨਾਂ ਵਾਸਤੇ ਕੁਝ ਕਰਨਾ ਸੀ, ਔਰ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਇੰਪੈਕਟ ਲਿਆਉਣਾ ਸੀ ਕਿ ਜਿਹੜਾ ਹਰ ਬੰਦਾ ਕਹਿੰਦਾ ਹੈ ਕਿ ਇਹ ਹੋ ਨਹੀਂ ਸਕਦਾ, until and unless you don't do it, ਇੱਕ ਜਿਵੇਂ ਕਹਿੰਦਾ ਨਾ, it is impossible, everything is possible if you have willing to do it. ਇੱਕ ਸੰਗਤ ਨੂੰ ਇੱਕ ਰਿਕੁਐਸਟ ਕਰਨਾ ਚਾਹੁੰਦਾ ਹਾਂ, ਇੱਕ ਥੋੜੇ ਜਿਹੇ ਸੈਕਿੰਡ ਵਾਸਤੇ ਤੁਸੀਂ ਇਹ ਸੋਚ ਕੇ ਦੇਖੋ ਕਿ ਅਗਰ ਅਸੀਂ ਸਪੋਜ਼ 1 ਲੱਖ ਫਾਰਮਰਸ ਨੂੰ ਇੰਪੈਕਟ ਕਰਨਾ ਚਾਹੁੰਦੇ ਨੇ, ਤੇ ਕਿੰਨੇ ਸਾਰੇ ਲੋਕਾਂ ਨੂੰ ਉੱਥੇ ਕੰਟਰੀਬਿਊਸ਼ਨ ਕਰਨੀ ਪਏਗੀ, ਕਿੰਨੇ ਬੈਂਕਾਂ ਤੋਂ ਲੋਨ ਲੈਣੇ ਪੈਣਗੇ, ਜਾਂ ਕਿੰਨੀ ਵੱਡੀ ਕੰਪਨੀਆਂ ਤੋਂ ਹੈਲਪ, ਹੋਰ ਵੀ ਨਹੀਂ ਤੇ ਘੱਟ ਤੋਂ ਘੱਟ ਲੋਕਲ ਗਵਰਨਮੈਂਟ ਤੋਂ ਹੈਲਪ ਤੇ ਲੈਣੀ ਪਏਗੀ। ਪਰ ਆਪ ਜੀ ਨੇ ਪਹਿਲੇ ਇੰਟਰਵਿਊ ਤੋਂ ਪਹਿਲੇ ਥੋੜਾ ਦੱਸਿਆ ਕਿ ਇਹ ਸਾਰਾ ਤੁਸੀਂ ਆਪਣੇ ਹੀ ਰਿਸੋਰਸਿਸ ਨਾਲ ਕੀਤਾ ਹੈ। ਹਾਂ ਸਰ, ਮਤਲਬ ਇਹ ਰਿਸੋਰਸਿਸ ਆਪਣੇ ਹੀ ਸੀ। ਜੋ ਮੇਰੀ ਮਦਰ ਨੇ, ਉਹਨਾਂ ਦਾ ਰਿਟਾਇਰਮੈਂਟ ਦਾ ਜਿੰਨਾ ਫੰਡ ਸੀ ਉਹ, ਫਿਰ ਸਰ ਮੈਂ ਆਪਣੇ ਥੋੜਾ ਬਹੁਤ ਬਿਜ਼ਨਸ ਤੋਂ ਵੀ ਕੱਢਿਆ। ਫਿਰ ਸਾਡੇ ਕੋਲ ਜਿੰਨਾ ਗੋਲਡ ਸੀ ਅਸੀਂ ਉਹ ਵੀ ਵੇਚਤਾ। ਮਦਰ ਨੇ ਕਿਹਾ ਇਹਨੂੰ ਲੋਨ ਲੈ ਲੈਂਦੇ ਆ ਗੋਲਡ ਰੱਖ ਕੇ। ਮੈਂ ਕਿਹਾ ਨਹੀਂ, ਫਿਰ ਲੋਨ ਸਾਨੂੰ ਇੰਟਰਸਟ ਤੇ ਦੇਣਾ ਪਏਗਾ। 1% ਕੰਸੀਡਰੇਸ਼ਨ ਹੈ ਕਰਨੇ ਆ। ਮੰਨ ਲਓ ਇਨੀਸ਼ੀਅਲ ਨਹੀਂ ਹੋ ਪਾਇਆ ਫਿਰ, ਬਟ ਮੈਨੂੰ ਇਹ ਪਤਾ ਸੀ ਕਿ ਸਰ, ਜਦੋਂ ਤੁਸੀਂ ਡੁੱਬਣ ਵਾਲੇ ਹੁੰਦੇ ਹੋ ਨਾ, ਤਾਂ ਤੁਸੀਂ ਹੱਥ ਪੈਰ ਜ਼ਿਆਦਾ ਚਲਾਉਂਦੇ ਹੋ, ਤੇ ਮੈਂ ਵੀ ਉੱਦਾਂ ਹੀ ਕੀਤਾ। ਮੈਂ ਸਾਰਿਆਂ ਨੂੰ, ਜਿੰਨੇ ਮੇਰੇ ਕਲੋਜ਼ ਦੇ ਹੈ ਸੀ, ਉਹਨਾਂ ਕੋਲ ਹੈਲਪ ਮੰਗੀ। ਮੈਂ ਤੁਹਾਨੂੰ ਝੂਠ ਨਹੀਂ ਕਹਾਂਗਾ, ਮੇਰਾ ਕਰਨ ਧਰਨ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਹੀ ਨੇ। ਮੈਂ ਕਈਆਂ ਕੋਲ ਰਿਕੁਐਸਟ ਕੀਤੀ, ਮੇਰੇ ਆਪਣੇ ਰਿਲੇਟਿਵ ਸੀ ਜਿਨ੍ਹਾਂ ਨੇ ਕਿਹਾ ਕਿ ਚਲੋ ਕੋਈ ਨਹੀਂ ਜੀ, ਇਹ ਤੇ ਹੋ ਨਹੀਂ ਸਕਦਾ,
ਫਿਰ ਉਹ ਹੀ ਗੱਲ ਆ ਜਾਂਦੀ ਹੈ ਨਾ ਕਿ ਕਰਨਾ ਹੈ ਤੇ ਕਰਨਾ ਹੀ ਹੈਗਾ। ਫਿਰ ਮੈਂ ਸਰ ਕੁਝ ਲੋਕਾਂ ਨੂੰ ਆਪਣੀ ਕੰਪਨੀ ਦਾ ਹਲਕਾ ਮਾੜਾ ਸ਼ੇਅਰ ਵੀ ਦਿੱਤਾ। ਫਿਰ ਉਹ ਵੀ ਥੋੜੇ ਬਹੁਤ ਮੇਰੇ ਅਗੇਂਸਟ ਹੋ ਗਏ ਕਿ ਇਹ ਕੰਪਨੀ ਇੱਦਾਂ ਨਹੀਂ ਚੱਲੇਗੀ, ਅਸੀਂ ਪ੍ਰੋਫਿਟ ਇੱਦਾਂ ਕਰਨਾ ਹੈ, ਤੇ ਬੜੀ ਬੁਰਾਈ ਵੀ ਲਈ। ਕਈਆਂ ਨੇ ਮੈਨੂੰ ਉੱਪਰੋਂ ਆ ਕੇ ਸਪੋਰਟ ਕੀਤਾ। ਮੈਂ 2-4 ਬੰਦਿਆਂ ਦਾ ਔਰ ਇੱਕ ਕਮਿਊਨਿਟੀ ਹੈਵੇ, ਉਹਦਾ ਨਾਮ ਹੈ ਪੰਜਾਬੀ ਚੈਂਬਰ ਆਫ ਕਾਮਰਸ। ਇਨੀਸ਼ੀਏਸ਼ਨ ਹੈ ਗੁਰਪ੍ਰੀਤ ਸਿੰਘ ਪਸਰੀਚਾ, ਗੈਰੀ ਪਸਰੀਚਾ US ਰਹਿੰਦੇ ਨੇ, ਇਹਨਾਂ ਦਾ ਹੈਵੇ। ਇਸ ਫੈਮਿਲੀ ਤੋਂ ਮੈਨੂੰ ਬਹੁਤ ਕੁਝ ਸਿੱਖਣ ਤੋਂ ਮਿਲਿਆ। ਮੈਨੂੰ ਇਹਨਾਂ ਬਹੁਤ ਮੋਟੀਵੇਟ ਕੀਤਾ। ਗੈਰੀ ਸਰ ਹੋ ਗਏ, ਰਾਸ਼ਰੀ ਮੈਮ ਹੋ ਗਏ, ਵਿਵੇਕ ਅਗਰਵਾਲ, ਹਰਪ੍ਰੀਤ ਰੰਧਾਵਾ, 5-7 ਬੰਦਿਆਂ ਦੇ ਮੈਂ ਬਹੁਤ ਕਲੋਜ਼ ਸੀ। ਤੇ ਜਿਹੜੇ ਰਿਸ਼ਤੇਦਾਰਾਂ ਨੂੰ ਮੈਂ ਛੋੜਿਆ, ਇੱਕ ਉਹ ਰਿਸ਼ਤੇਦਾਰੀ ਜਿਹੜੀ ਮੇਰੀ ਬੜੀ ਵੱਡੀ ਬਣ ਗਈ 2200 ਬੰਦਿਆਂ ਦੀ, ਉਹ ਸਿੱਖ ਆਪਣਾ ਪੰਜਾਬੀ ਚੈਂਬਰ ਆਫ ਕਾਮਰਸ ਤੋਂ ਬਣ ਗਈ। ਮੈਨੂੰ ਗਾਈਡੈਂਸ ਪ੍ਰੋਪਰ ਮਿਲਦੀ ਰਹੀ। ਔਰ ਜਦੋਂ ਮੇਰਾ ਕਿਤੇ ਹਿੰਮਤ ਟੁੱਟੀ ਤਾਂ ਮੇਰੀ ਮਾਂ ਮੇਰੇ ਕੋਲ ਖਲੋਤੀ ਸੀ, ਨਹੀਂ ਅੱਜ ਨਹੀਂ ਕੱਲ ਨਹੀਂ ਪਰਸੋਂ, ਲੇਕਿਨ ਇਹ ਹੋਏਗਾ ਜ਼ਰੂਰ, ਕਿਉਂਕਿ ਜੋ ਤੂੰ ਕਰ ਰਿਹਾ ਉਹ ਤੇਰਾ ਆਪਣਾ ਨਹੀਂ ਹੈ, ਤੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਕਰ ਰਿਹਾ ਹੈ। ਤੂੰ ਫੇਲ ਹੋ ਸਕਣਾ ਹੈ, ਗੁਰੂ ਤੇਗ ਬਹਾਦਰ ਸਾਹਿਬ ਫੇਲ ਨਹੀਂ ਹੋ ਸਕਦੇ। ਗੁਰੂ ਤੇਗ ਬਹਾਦਰ ਮਹਾਰਾਜ ਦਾ ਅਗਰ ਆਸ਼ੀਰਵਾਦ ਹੋਏ, ਆਸਰਾ ਹੋਏ ਤੇ ਕਿਹੜੇ ਕੰਮ ਨਹੀਂ ਹੋ ਸਕਦੇ। ਉਹ ਆਪ ਮਿਲਾਉਂਦਾ ਰਹਿੰਦਾ ਹੈ, ਆਪ ਜੋੜਦਾ ਰਹਿੰਦਾ ਹੈ। ਔਰ ਕਦੀ ਇਹ ਕਹਿੰਦੇ ਨੇ ਫੰਡਸ ਦੀ ਕਦੀ ਕਮੀ ਨਹੀਂ ਹੋਈ। ਹਮੇਸ਼ਾ ਕਿੱਥੇ ਨਾ ਕਿੱਥੋਂ ਬਾਬਾ ਜੀ ਹਮੇਸ਼ਾ ਫੰਡਸ ਅਰੇਂਜ ਕਰਾ ਹੀ ਦਿੰਦੇ ਸੀ। ਅਸੀਂ ਤੁਹਾਡੀ ਜਰਨੀ ਆਫਟਰ ਅਫਰੀਕਾ ਕਿੱਦਾਂ ਰਹੀ? ਤੁਸੀਂ ਮੈਂ ਸੁਣਿਆ ਯੂਰਪ ਵਿੱਚ ਵੀ ਇਹ ਕਰ ਰਹੇ ਹੋ। ਐਕਚੁਅਲੀ ਸਰ ਜਦੋਂ ਅਸੀਂ ਇਹ ਸ਼ੁਰੂ ਕੀਤਾ ਸੀ ਨਾ, ਤੇ ਸਾਨੂੰ ਇਹ ਸੀ ਕਿ ਅਸੀਂ ਕਿੰਨੇ ਜ਼ਿਆਦਾ ਕੰਟਰੀਆਂ ਨਾਲ ਟਾਈ ਅਪ ਕਰੀਏ। ਟਾਈ ਅਪ ਇੱਦਾਂ ਕਰੀਏ ਕਿ ਸਰ ਅਸੀਂ ਚਲੋ ਕਿਸਾਨਾਂ ਦੀ ਮਦਦ ਕਰਕੇ ਉਗਾ ਤੇ ਦਾਂਗੇ, ਵੇਚਾਂਗੇ ਕਿਤੇ। ਤੇ ਸਾਨੂੰ ਇਹ ਸੀ ਕਿ ਇੱਕ ਪ੍ਰੋਪਰ ਮਾਰਕੀਟ ਪਲੇਸ ਡਿਵੈਲਪ ਕਰਨਾ ਸੀ ਜਿੱਥੇ ਬਾਇਰਸ ਕੈਨ ਮੀਟ ਸੈਲਰ। ਮੇਰਾ ਜਿਹੜਾ ਮੇਨ ਇੰਟੈਂਸ਼ਨ ਸੀ ਨਾ ਸਰ, ਉਹ ਵਿੱਚੋਂ ਮਿਡਲਮੈਨ ਨੂੰ ਹਟਾਉਣਾ ਸੀ। ਜਿਵੇਂ ਮੈਂ ਹੁਣੇ ਪਹਿਲੇ ਹੀ ਦੱਸਿਆ, ਪ੍ਰੋਫਿਟ ਆਉਂਦਾ ਹੀ ਨਹੀਂ ਸਰ। ਤੇ ਜਿਵੇਂ DRC ਹੈ, ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ, ਉੱਥੇ ਮੇਰੀ ਗਵਰਨਮੈਂਟ ਨਾਲ ਗੱਲ ਚੱਲ ਰਹੀ। ਤੇ ਜਿਹੜਾ ਕਮੋਡਿਟੀ ਦਾ ਪ੍ਰਾਈਸ, ਗਲੋਬਲ ਕਮੋਡਿਟੀ ਪ੍ਰਾਈਸ ਅਗਰ ਮੇਜ਼ ਦੀ ਗੱਲ ਕਰੀਏ ਤੇ ਉਹ 218 ਤੋਂ ਲੈ ਕੇ $225 ਪਰ ਮੈਟ੍ਰਿਕ ਟਨ ਹੁੰਦਾ ਹੈ। ਉੱਥੇ ਉਹ ਵਿਕਦਾ ਸਰ $1200 ਮੈਟ੍ਰਿਕ ਟਨ, $1200, $1300 ਮੈਟ੍ਰਿਕ ਟਨ। ਤੇ ਇਹਦਾ ਇੰਟੈਂਸ਼ਨ ਹੈ ਸੀ ਕਿ ਅਸੀਂ ਇਹ ਸਪਲਾਈ ਚੇਨ ਤੋਂ ਮਿਡਲਮੈਨ ਹਟਾਈਏ, ਲੋਕਲ ਉਗਾਵਾਂਗੇ, ਲੋਕਲ ਵੇਚਾਂਗੇ, ਤੇ ਜਿਹੜਾ ਬਚ ਜਾਏਗਾ ਉਹ ਐਸੀ ਜਗ੍ਹਾ ਵੇਚਾਂਗੇ ਜਿੱਥੇ ਬਰਫ਼ਬਾਰੀ ਹੁੰਦੀ ਹੈ, ਜਿੱਥੇ ਉਹ ਉਗ ਨਹੀਂ ਸਕਦਾ। ਤੇ our mindset was to impact, ਮਤਲਬ 100 ਮਿਲੀਅਨ ਫਾਰਮਰਸ ਨੂੰ ਅਸੀਂ ਇੰਪੈਕਟ ਕਰਨਾ ਹੈ। ਕਿਵੇਂ ਕਰਾਂਗੇ ਉਹ ਨਹੀਂ ਪਤਾ, ਬਟ ਕਰਾਂਗੇ ਜ਼ਰੂਰ। ਕਿਉਂਕਿ ਇਹਦੇ ਵਿੱਚ ਜਿਹੜਾ ਸਾਡਾ ਬੇਸਿਕ ਏਮ ਸੀ ਨਾ, ਉਹ ਏਮ ਇਹ ਸੀ ਕਿ ਅਸੀਂ ਇੱਕ ਲੈਗੇਸੀ ਕ੍ਰੀਏਟ ਕਰਨੀ ਹੈ। ਔਰ ਸੈਕਿੰਡ ਚੀਜ਼ ਸਰ, ਜੋ ਮੇਰਾ ਆਪਣਾ ਮੰਨਣਾ ਹੈ, ਅਸੀਂ ਸਿੱਖ ਕਿਸ ਵਾਸਤੇ ਜਾਣੇ ਜਾਂਦੇ ਹਾਂ, ਉਹ ਹੈ ਐਗਰੀਕਲਚਰ, ਖੇਤੀਬਾੜੀ ਵਾਸਤੇ। ਹਿੰਦੁਸਤਾਨ ਨੂੰ ਪਿਛਲੇ 50 ਸਾਲ ਤੋਂ ਅਗਰ ਕੋਈ ਖਾਣਾ ਖਵਾ ਰਿਹਾ ਨਾ, ਤੇ ਉਹ ਪੰਜਾਬ ਸੀ। ਹੁਣ ਉਸ ਲੈਵਲ ਤੇ ਨਹੀਂ ਹੈ, ਉਸ ਬਾਰੇ ਅਸੀਂ ਗੱਲ ਨਹੀਂ ਕਰਦੇ, ਬਟ ਫੈਕਟ ਹੈਗਾ ਹੈ ਕਿ ਸਾਡਾ ਖੂਨ ਵਿੱਚ ਹੀ ਖੇਤੀਬਾੜੀ ਹੈਗੀ ਹੈ। ਮੇਰਾ ਸਿਰਫ ਇੱਕੋ ਮੰਨਣਾ ਸੀ, ਸਿੱਖੀ ਨੂੰ ਕਿਸੇ ਪਹਿਚਾਨ ਦੀ ਮੁਹਤਾਜ ਨਹੀਂ ਹੈ, ਬਟ ਸਟਿਲ ਮੈਂ ਚਾਹੁੰਦਾ ਅਫਰੀਕਾ, ਯੂਰਪ ਤੇ ਸਾਊਥ ਅਮਰੀਕਾ ਵਿੱਚ ਸਾਡੇ ਸਰਦਾਰ ਭਰਾਵਾਂ ਦੀ ਆਪਣੀ ਜਿਹੜੀ ਐਕਸਪਰਟੀਜ਼ ਹੈ ਉਹ ਦੱਸਣ। ਮੈਂ ਨਹੀਂ ਚਾਹੁੰਦਾ ਕਿ ਕੋਈ ਆਪਣਾ ਸਰਦਾਰ ਭਰਾ 2 ਨੰਬਰ ਨਾਲ ਵਿਦੇਸ਼ ਜਾਏ। ਮੈਂ ਚਾਹੁੰਦਾ ਕਿ ਕਿਸੇ ਕੋਲ ਕੁਝ ਹੈ, ਕਾਬਲੀਅਤ ਹੈ, ਉਹ ਸਾਨੂੰ ਦੱਸੇ ਤੇ ਅਸੀਂ ਉਹਨੂੰ ਉੱਥੇ ਬੁਲਾਈਏ। ਯੂਰਪ ਵਿੱਚ ਵੀ ਬਹੁਤ ਬਿਜ਼ਨਸ ਓਪਰਚੁਨਿਟੀਜ਼ ਨੇ, ਯੂਰਪ ਵਿੱਚ ਬਹੁਤ ਚੈਲੰਜਸ ਨੇ ਜੋ ਸਿੱਖ ਪੂਰੇ ਕਰ ਸਕਦੇ ਨੇ। ਸਾਰਿਆਂ ਨੂੰ ਇਟਲੀ ਦੀ ਖਬਰ ਪਹਿਲੇ ਹੀ ਹੈ। ਇਟਲੀ ਦੀ ਡੇਅਰੀ ਇੰਡਸਟਰੀ ਵਿੱਚ ਸਿੱਖਾਂ ਦਾ ਬਹੁਤ ਕੰਟਰੀਬਿਊਸ਼ਨ ਹੈਗਾ। ਮਿਹਨਤੀ ਵੀ ਹੈਗੇ ਨੇ ਸਾਡੇ ਜੱਟ ਭਰਾ, ਸਿੱਖ ਭਰਾ, ਜਿੱਥੋਂ ਹਰਿਆਣੇ, ਪੰਜਾਬ ਤੋਂ ਜੋ ਵੀ ਗਏ ਨੇ, ਉਹਨਾਂ ਨੇ ਪੂਰੇ ਉੱਥੇ ਗਾঁव ਔਰ ਥੋੜ੍ਹੇ ਬਹੁਤਾ ਸ਼ਹਿਰ ਵਿੱਚ ਵੀ ਵਸਾਏ ਨੇ। ਤੇ ਉਹਨਾਂ ਦੀ ਚੀਜ਼ ਇੰਡਸਟਰੀ ਜੋ ਹੈਗੀ ਹੈ, ਉਹ ਲਗਭਗ ਬਲਕ ਆਫ ਦਾ ਇੰਡਸਟਰੀ ਹੁਣ ਸਾਡੇ ਸਿੱਖ ਭਰਾ ਚਲਾਉਂਦੇ ਪਏ ਨੇ। ਇਹੀ ਉਪਰਾਲਾ ਅਗਰ ਅਸੀਂ ਸਪੇਨ, ਪੋਰਚੁਗਲ, ਕਿਉਂਕਿ ਵੈਸਟਰਨ ਕੰਟਰੀਜ਼ ਵਿੱਚ ਉਹੀ ਕਹਾਣੀ ਰਿਪੀਟ ਹੋ ਰਹੀ ਹੈ ਜੋ ਸਾਡੇ ਵੱਲ ਹੋ ਰਹੀ ਹੈ ਕਿ ਰੂਰਲ ਤੋਂ ਸ਼ਹਿਰ ਸਾਰੇ ਬੱਚੇ ਟੁੱਟਦੇ ਜਾ ਰਹੇ ਨੇ। ਸਾਰਿਆਂ ਨੂੰ ਹੁਣ ਕੰਪਨੀਆਂ 'ਚ ਕੰਮ ਕਰਨਾ ਹੈ, ਖੇਤਾਂ ਵਿੱਚ, ਡੇਅਰੀਆਂ ਵਿੱਚ ਕੋਈ ਕੰਮ ਕਰਨਾ ਨਹੀਂ ਚਾਹੁੰਦਾ। ਤੇ ਇਹ ਯੂਰਪ ਵਿੱਚ ਬਹੁਤ ਵੱਡੀ ਓਪਰਚੁਨਿਟੀ ਹੈ ਸਾਡੇ ਵਾਸਤੇ ਕਿ ਅਸੀਂ ਉੱਥੇ ਐਸਟੈਬਲਿਸ਼ ਹੋਈਏ, ਮਿਹਨਤ ਕਰਕੇ ਰੱਜ ਕੇ ਜੀ ਸਕੇ ਤੇ ਉਹਨਾਂ ਦੀ ਇਕੋਨਮੀਜ਼ ਨੂੰ ਅਸੀਂ
ਵਾਪਸ ਉਹਨਾਂ ਦੇ ਗਲੋਰੀ ਡੇਜ਼ ਤੇ ਲੈ ਕੇ ਆਈਏ। ਹੁਣ ਮੈਂ ਭਾਟੀਆ ਜੀ ਨਾਲ ਇਹ ਜਾਣਨਾ ਚਾਹੁੰਦਾ, ਤੁਸੀਂ ਇੰਡੀਆ ਕਿਉਂ ਆਏ ਹੋ? ਮਤਲਬ ਇੰਡੀਆ ਵਿੱਚ ਤੁਸੀਂ IIT ਨਾਲ ਟਾਈਪ ਕਰ ਰਹੇ ਹੋ? ਹਾਂ ਸਰ, ਅਸੀਂ IIT ਖੜਗਪੁਰ, IIT ਦਿੱਲੀ ਨਾਲ ਟਾਈ ਅਪ ਕੀਤਾ ਹੈ ਫॉर ਅਸੀਂ ਕੁਝ ਪ੍ਰੋਟੋਟਾਈਪ ਬਣਾ ਰਹੇ ਹਾਂ। ਹੁਣ ਜਿੱਦਾਂ ਸਰ ਪਹਿਲਾ ਪ੍ਰੋਟੋਟਾਈਪ ਅਸੀਂ ਬਣਾ ਰਹੇ ਹਾਂ ਕਿ ਤੁਸੀਂ ਘਰ ਬੈਠੇ ਆਪਣੇ ਫਾਰਮ ਦੇਖ ਸਕਦੇ ਹੋ। ਸੋਇਲ ਟੈਸਟਿੰਗ, ਕਲਾਊਡ ਬੇਸਡ ਮੋਨੀਟਰਿੰਗ ਸਿਸਟਮਸ ਬਣਾ ਰਹੇ ਹਾਂ ਕਿ ਅਸੀਂ ਸੈਟੇਲਾਈਟ ਤੋਂ ਦੇਖ ਕੇ ਸੋਇਲ ਰਿਪੋਰਟ ਦੱਸ ਦਈਏ ਕਿ ਇੱਥੇ ਕੀ ਉੱਗ ਸਕਦਾ ਹੈ ਕੀ ਨਹੀਂ। ਦੂਸਰਾ ਸਰ, ਅਸੀਂ ਜਿਹੜੀ ਇੱਕ ਅਨਇੰਪਲੋਇਮੈਂਟ ਜਿਹੜਾ ਐਵਰੀ ਕੰਟਰੀ ਦਾ ਇੱਕ ਸਭ ਤੋਂ ਵੱਡਾ ਇਸ਼ੂ ਹੈ ਨਾ, ਉਹਨੂੰ ਸੋਲਵ ਕਰਨਾ ਹੈ। ਤੇ IIT ਨਾਲ ਮਿਲ ਕੇ ਅਸੀਂ ਇਹ ਕਰ ਰਹੇ ਹਾਂ। ਸਾਰੇ ਬੱਚਿਆਂ ਦਾ ਇੱਕ ਸੁਪਨਾ ਹੁੰਦਾ ਨਾ IIT ਤੋਂ ਪੜ੍ਹੀਏ, ਤੇ ਮੈਂ ਇੰਡੀਆ ਦਾ ਫਸਟ ਐਸਾ ਬੰਦਾ ਜਿਹੜਾ IIT ਨਾਲ ਮਿਲ ਕੇ ਕੋਰਸਿਸ ਕੱਢ ਰਿਹਾ, ਕ੍ਰੈਸ਼ ਕੋਰਸਿਸ, ਬੱਚੇ ਪੜ੍ਹਨ, ਬੱਚੇ ਉੱਥੋਂ ਐਕਸੀਲੈਂਸ। ਫਿਰ ਉਹਦੇ ਬਾਅਦ ਅਸੀਂ ਉਹਨੂੰ ਅਲੱਗ-ਅਲੱਗ ਕੰਟਰੀਆਂ ਤੇ ਸਾਡੇ ਕੋਲ ਬੜੇ IIT ਐਲੂਮਨਾਈ ਨੇ ਜਿਹੜੇ ਬੜੇ ਵੱਡੇ ਕਾਰਪੋਰੇਟਸ ਵਿੱਚ ਵੱਡੀਆਂ ਪੋਜੀਸ਼ਨਾਂ ਵਿੱਚ ਨੇ, ਜਿਵੇਂ PwC ਹੈ, ਐਸੈਂਚਰ ਹੈ, TCS ਹੈ, ਡੈਲ ਹੈ, ਐਰਿਕਸਨ ਹੈ। ਤੇ ਅਸੀਂ ਉਹਨਾਂ ਦੇ ਹਿਸਾਬ ਨਾਲ, ਉਸ ਕੰਪਨੀਆਂ ਦੇ ਹਿਸਾਬ ਨਾਲ ਅਸੀਂ IIT ਨੂੰ ਕਹਾਂਗੇ ਇਹ ਬੱਚਿਆਂ ਨੂੰ ਟ੍ਰੇਨ ਕਰੋ ਤੇ ਅਸੀਂ ਉੱਥੇ ਪਲੇਸ ਕਰਨਾ ਹੈ। ਫਿਰ ਦੂਸਰੀ ਚੀਜ਼ ਸਰ, ਅਸੀਂ ਇਹ ਕਰਨਾ ਚਾਹੁੰਦੇ ਹਾਂ, ਤੁਹਾਡੇ ਕੋਲ ਕੋਈ ਆਈਡੀਆ ਹੈਗਾ, ਅਸੀਂ ਉਹਨੂੰ ਇਨਕਿਊਬੇਟ ਕਰਾਂਗੇ। ਹਜੇ ਅਸੀਂ ਆਪ ਉਹਨੇ ਸਸਟੇਨੇਬਲ ਨਹੀਂ ਆ, ਬਟ ਵਿਦ ਦ ਗ੍ਰੇਸ ਆਫ ਅਲਮਾਈਟੀ ਅਸੀਂ ਬਹੁਤ ਕੁਝ ਇਸ ਟਾਈਮ ਕਰ ਸਕਦੇ ਹਾਂ। ਜਿਵੇਂ ਹੁਣੇ ਸਰ ਅਸੀਂ ਇੱਕ ਮੈਡੀਕਲ ਬੈੱਡ ਤਿਆਰ ਕੀਤਾ ਹੈ IIT ਨਾਲ ਮਿਲ ਕੇ। ਗੁਰੂ ਮਹਾਰਾਜ ਨੇ ਚਾਹਿਆ ਤਾਂ ਬਹੁਤ ਜਲਦੀ ਮੈਂ ਉਹਨੂੰ ਡੋਨੇਟ ਕਰਾਂਗਾ ਆਪਣੇ ਗੁਰਦੁਆਰੇ ਕਿਸੇ ਵਿੱਚ। ਅਸੀਂ ਕੀ ਹੁੰਦਾ, ਕਦੀ ਹਸਪੀਟਲ ਜਾਈਏ ਤੇ ਸਾਨੂੰ ਇੱਕ ਕਮਰੇ ਜਾਣਾ ਪੈਂਦਾ ਬਲੱਡ ਜਾਂਚ ਕਰਾਉਣ ਵਾਸਤੇ, ਇੱਕ ਕਮਰੇ ਐਕਸਰੇ, ਇੱਕ ਕਮਰੇ ਕੁਝ। ਹੁਣ ਅਸੀਂ 65 ਪੈਰਾਮੀਟਰ ਇੱਕੋ ਬੈੱਡ ਤੇ ਕੋਈ ਬੰਦਾ ਲੇਟੇਗਾ, ਉਹਦੇ 65 ਪੈਰਾਮੀਟਰ ਚੈੱਕ ਹੋ ਜਾਣਗੇ। ਡਾਕਟਰ ਨਹੀਂ ਵੀ ਹੋਏਗਾ, ਉਹ ਡਾਕਟਰ ਕੋਲ ਉਹਦੀ ਰਿਪੋਰਟ ਪਹੁੰਚ ਜਾਏਗੀ। ਉਹ ਉੱਥੇ ਰਿਪੋਰਟ ਦੇ ਅਗੇਂਸਟ ਹੀ ਮੈਡੀਕਲ ਜਿਹੜੀ ਉਹਨੂੰ ਮੈਡੀਕਲ ਜਿਹਨੂੰ ਕਹੀਦਾ ਨਾ ਆਪਣਾ, ਉਹਨੇ ਦੇਖ ਰੇਖ ਦਵਾਈਆਂ ਦੇਣੀਆਂ ਨੇ, ਉਸੇ ਟਾਈਮ ਉਹ ਫੋਨ ਤੋਂ ਅਪਲੋਡ ਕਰੇਗਾ, ਉੱਥੇ ਨਰਸ ਉਹਨੂੰ ਦੇ ਦੇਗੀ। ਤੇ ਜਿਹੜਾ ਟੋਟਲ ਪ੍ਰੋਸੈਸ ਹੈ, ਇਹ ਜਿਹੜਾ 5 ਦਿਨ ਦੇ ਬਾਅਦ ਸਾਡੂ ਬਿਮਾਰੀ ਅਸੀਂ ਪਕੜ ਪਾਉਂਦੇ ਸੀ, ਉਹ 5-7 ਦਿਨ ਲੱਗ ਜਾਂਦੇ ਸੀ। ਹੁਣ ਅਸੀਂ ਇਹ ਚੀਜ਼ 9 ਤੋਂ 15 ਮਿੰਟ ਦੇ ਅੰਦਰ ਉਹਦਾ ਇਲਾਜ ਸ਼ੁਰੂ ਕਰ। ਵਾਹਿਗੁਰੂ। ਇਹ ਤੇ ਮਤਲਬ ਬਹੁਤ ਵੱਡੀ not only medical treatment, this doesn't have to be just for Africa, this is even in India. I think the whole world needs this. Global revolution ਹੋ ਜਾਏਗਾ। ਇਹ ਪੂਰੀ ਦੁਨੀਆ ਵਿੱਚ ਅਸੀਂ ਚੇਅਰ ਬਣਾਈਏ, ਚੇਅਰ ਵਿੱਚ ਅਸੀਂ 40 ਪੈਰਾਮੀਟਰ ਐਡ ਕਰ ਰਹੇ ਹਾਂ। ਹੁਣੇ ਵੀ ਮੈਂ ਇੱਕ ਮੀਟਿੰਗ ਤੋਂ ਹੀ ਆਇਆ ਸੀ ਤੇ ਅਸੀਂ ਗੱਲ ਸਾਡੀ ਚੱਲ ਰਹੀ ਹੈ। ਅਸੀਂ ਜਿਹੜੇ ਤੁਸੀਂ ਕਾਰ ਰਾਊਟਰਸ ਲਾਉਂਦੇ ਹੋ, ਉਹ ਹਜੇ ਸੈਟੇਲਾਈਟ ਨਾਲ ਕਨੈਕਟ ਹੁੰਦੇ ਨੇ, ਉਹਨੂੰ ਐਂਡਰੋਇਡ ਬੇਸਡ ਕਰ ਰਹੇ ਹਾਂ। ਤੇ ਜਿਹੜੀ ਹਜੇ ਮੈਕਸਿਮਮ ਸਪੀਡ 150-200 Mbps ਆਉਂਦੀ ਹੈ, ਉਹ 1 GB 1 Gbps ਹੋ ਜਾਏਗੀ ਜਾਂ 2 Gbps ਹੋ ਜਾਏਗੀ, ਔਰ ਕੋਸਟ ਇਫੈਕਟਿਵ ਵੀ ਹੋਣਗੇ। ਜਿਹੜਾ ਬ੍ਰੇਕੇਜ ਆਉਂਦਾ ਇੰਟਰਨੈਟ ਵਿੱਚ ਉਹ ਨਹੀਂ ਆਏਗਾ। ਤੇ ਐਵੇਂ ਕਰਕੇ ਸਰ ਅਸੀਂ ਕਈ ਪ੍ਰੋਟੋਟਾਈਪਸ ਬਣਾ ਰਹੇ ਹਾਂ। ਤੇ ਉਸੇ ਪਿੱਛੇ ਮੈਂ ਇੰਡੀਆ ਆਇਆ ਸੀ, ਕਿਉਂਕਿ ਸਾਡੀ ਇੰਡੀਆ ਦਾ ਜਿਹੜਾ ਇੱਕ ਮਾਈਂਡ ਸੈਟ ਹੈ ਨਾ, ਉਹ ਬਹੁਤ ਯੂਨੀਕ ਹੈ। ਅਸੀਂ ਅਗਰ ਉਹਨੂੰ ਦੇਸ਼ੀ ਭਾਸ਼ਾ ਵਿੱਚ ਕਹੀਏ ਤੇ ਇੰਟੈਲੀਜੈਂਸੀ ਵਿਦ ਜੁਗਾੜ, ਵੀ ਕੈਨ ਡੂ ਦੈਟ। ਤੇ ਅਸੀਂ ਉਸੇ ਚੀਜ਼ ਵਾਸਤੇ ਇੱਥੇ ਆਏ ਸੀ। ਉਹ ਟਾਈ ਅਪ ਹੋ ਜਾਏਗਾ, ਆਈ ਐਮ ਗੋਇੰਗ ਬੈਕ। ਐਂਡ ਬਾਕੀ ਆਪਣੇ ਜਿੰਨੇ ਭਰਾ ਜਿਨ੍ਹਾਂ ਕੋਲ ਕੁਝ ਕਰਨ ਗੁਜ਼ਰਨ ਦੀ ਜਾਂ ਲਾਈਕਵਾਈਜ਼ ਮਾਈਂਡ ਸੈਟ ਹੈਗਾ ਵੇ ਕਿ ਹਾਂ ਅਸੀਂ ਵੀ ਕੁਝ ਕਰਨਾ ਹੈ, ਤੇ ਸਰ ਮੈਂ ਤੁਹਾਡੇ ਚੈਨਲ ਦੇ ਥਰੂ ਸਾਰਿਆਂ ਨੂੰ ਵੈਲਕਮ ਕਰਨਾ ਕਿ ਸਾਰੇ ਆਣ, ਆਪਣੀ ਐਕਸਪਰਟੀਜ਼ ਦੇਣ। ਔਰ ਜਿਹੜਾ ਸਾਡੇ ਗੁਰੂ ਮਹਾਰਾਜ ਕਹਿੰਦੇ ਸੀ ਕਿ ਅਸੀਂ ਸਰਬਤ ਦਾ ਭਲਾ ਕਰਨਾ ਹੈ, ਉਹ ਅਸੀਂ ਕਰਨਾ ਹੈ। ਇਹਦੇ ਸਾਰੇ ਸੰਗਤ ਨੂੰ ਇੱਕ ਇਨਵੀਟੇਸ਼ਨ ਹੈ ਕਿ ਕੋਈ ਵੀ ਯੰਗ ਸਿੱਖ ਭਰਾ ਭੈਣ ਜੋ ਵੀ ਇਸ ਫੀਲਡ ਵਿੱਚ ਕੰਮ ਕਰਨਾ ਚਾਹੁੰਦਾ ਹੈ, ਐਗਰੀਕਲਚਰ, ਫਾਰਮਰਸ, ਰੂਰਲ ਡਿਵੈਲਪਮੈਂਟ, ਟੈਕਨੋਲੋਜੀ, ਸੈਟੇਲਾਈਟ ਇਮੇਜਰੀ, ਉੱਥੇ ਸਾਡੇ ਵੀਰ IIT ਨਾਲ ਕ੍ਰੈਸ਼ ਕੋਰਸਿਸ ਦੀ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਯੂਰਪ, ਅਫਰੀਕਾ ਵਿੱਚ ਲਗਵਾ ਸਕਦੇ ਨੇ। ਇਹ ਜੋ ਇੱਕ ਤਰੀਕੇ ਦਾ ਜਨੂਨ ਬਣਿਆ ਹੋਇਆ ਸਾਰਿਆਂ ਦਾ ਕਿ ਸਿਰਫ ਅਸੀਂ ਅਮਰੀਕਾ ਜਾਣਾ ਹੈ ਜਾਂ ਕੈਨੇਡਾ ਜਾਣਾ ਹੈ, ਇਹ these countries have now got developed, they are full, there is no future of growth there. I know we get paid a lot of money there, the salaries are much higher there, but to work in underdeveloped countries abroad, ਜਿਨ੍ਹਾਂ ਨੂੰ ਸਾਡੀ ਐਕਸਪਰਟੀਜ਼, ਸਾਡੀ ਮਿਹਨਤ ਦੀ ਲੋੜ ਹੈ, ਜਿਹਦੇ ਨਾਲ ਅਸੀਂ ਇਨਸਾਨੀਅਤ ਨੂੰ ਡਾਇਰੈਕਟ ਬੈਨੀਫਿਟ ਕਰ ਸਕਦੇ ਨੇ,
ਉਹ ਕੀ ਫਾਇਦਾ ਹੋਇਆ ਕਿ ਤੁਸੀਂ ਕੰਟਰੀ 'ਚ ਗਏ, 4 ਪੈਸੇ ਕਮਾ ਲਏ ਤੇ ਆਪਣੇ ਪਰਿਵਾਰ ਨੂੰ ਤੁਸੀਂ ਸਾਂਭ ਲਿਆ। ਇੱਥੇ ਇਹੋ ਜਿਹਾ ਕੰਮ ਕਰੋ ਜਿੱਥੇ ਜਾ ਕੇ ਸੈਂਕੜਾ ਲੋਕਾਂ ਦੀ ਜ਼ਿੰਦਗੀਆਂ ਚੇਂਜ ਹੋ ਜਾਣਗੀਆਂ। ਇੱਥੇ ਸਾਡੇ ਕੋਲ ਜੋ ਵੀਰ ਬੈਠੇ ਨੇ, ਇਹ ਇੱਕ ਤਰੀਕੇ ਨਾਲ 4.5 ਲੱਖ ਫਾਰਮਰਸ ਨੂੰ ਅਗਰ ਇੰਪੈਕਟ ਕਰ ਚੁੱਕੇ ਨੇ। ਉਹ ਵੀ 2 ਸਾਲ ਪੂਰੇ ਨਹੀਂ ਹੋਏ ਨੇ ਇਹਨਾਂ ਦੇ ਕੰਮ ਸ਼ੁਰੂ ਕੀਤੇ। ਹਾਲੇ ਮਿਡ 2020 'ਚ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਅਫਰੀਕਾ ਜਾ ਕੇ, ਹਾਲੇ ਮਿਡ 2022 ਨਹੀਂ ਹੋਇਆ। ਤੇ ਮੈਨੂੰ ਲੱਗਦਾ ਹੈ ਕਿ ਜਦ ਤੱਕ ਇਹ ਸਾਲ ਦਾ ਅੱਧਾ ਹੋਏਗਾ, 1.5 ਮਿਲੀਅਨ ਫਾਰਮਰਸ ਨੂੰ ਇਹ ਇੰਪੈਕਟ ਕਰ ਚੁੱਕੇ ਹੋਣਗੇ। ਔਰ ਇਹਨਾਂ ਦੀ ਡ੍ਰੀਮ ਹੈ 100 ਮਿਲੀਅਨ ਫਾਰਮਰਸ ਨੂੰ ਇੱਕ ਪੋਜ਼ਿਟਿਵ ਲਾਈਫ, ਔਰ ਪੂਰੇ ਅਫਰੀਕਾ ਔਰ ਯੂਰਪ ਵਿੱਚ ਇਹ ਕਰਨਾ ਚਾਹੁੰਦੇ ਨੇ। ਇੰਡੀਆ ਵਿੱਚ ਵੀ ਤੁਸੀਂ ਥੋੜਾ ਬਹੁਤ ਕਰ ਰਹੇ ਹੋ, ਥੋੜਾ ਉਹਦੇ ਬਾਰੇ ਦੱਸੋ। ਸਰ ਅਸੀਂ ਕੁਝ ਪਾਇਲਟ ਪ੍ਰੋਜੈਕਟ ਹੁਣ ਸ਼ੁਰੂ ਕਰਨ ਲੱਗੇ ਇੰਡੀਆ ਵਿੱਚ ਵੀ, ਜਿੱਥੇ ਅਸੀਂ ਸਾਰੇ ਬੱਚਿਆਂ ਨੂੰ ਜਿਹੜੇ ਐਗਰੀਕਲਚਰ ਜਾਂ ਟੈਕਨੋਲੋਜੀ ਬਿਜ਼ਨਸ ਟੈਕਨੋਲੋਜੀ ਦੀ ਐਜੂਕੇਸ਼ਨ ਹੈ ਵੇ, ਤੇ ਅਸੀਂ ਉਹਨਾਂ ਨੂੰ ਇਨਵੋਲਵ ਕਰਨ ਲੱਗੇ ਹਾਂ। ਤੇ ਇੱਥੇ ਅਸੀਂ ਕੁਝ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਲੱਗੇ ਹਾਂ, ਜਿਹੜਾ ਸਾਡੀ IIT ਦੀ ਮਤਲਬ ਜਿਹੜੇ ਐਲੂਮੀਨਾਈ ਹੈ ਨੇ ਮੇਰੇ ਨਾਲ ਜਿਹੜੇ ਕੰਮ ਕਰ ਰਹੇ ਨੇ, ਉਹ ਦੇਖ ਰੇਖ ਕਰਨਗੇ। ਤੇ ਬਾਕੀ ਸਰ ਮੇਰਾ ਸਿਰਫ ਇੱਕੋ ਮਤਲਬ ਕਹਿਣਾ ਮੈਂ ਚਾਹੁੰਦਾ ਵਾਂ ਕਿ ਅਗਰ ਕਿਸੇ ਦਾ ਇੰਟਰਸਟ ਹੈਗਾ ਵੇ ਕਿਸੇ ਚੀਜ਼ ਨੂੰ ਕਰਨ, that is he is welcome to Hello 9X family। and second thing sir, ਜਿਹੜਾ ਪੰਜਾਬ, ਹਿਮਾਚਲ, ਹਰਿਆਣਾ ਤੇ ਦਿੱਲੀ ਦਾ ਕਨਸੈਪਟ ਹੈਗਾ ਵੇ ਐਗਰੀਕਲਚਰ ਨੂੰ ਲੈ ਕੇ, ਅਸੀਂ ਉੱਥੇ ਜਿਹੜੇ ਫਾਰਮਰਸ ਵੈਲ ਟੂ ਡੂ ਹੈ ਨੇ ਉਹਨਾਂ ਨੂੰ ਅਪਰੋਚ ਨਹੀਂ ਕਰ ਰਹੇ। ਲੇਕਿਨ ਜਿਹੜੇ ਫਾਰਮਰ ਸਰ ਗਰੀਬ ਨੇ, ਮਾੜੇ ਨੇ, ਨਿਮਾਣੇ ਜੇ ਹੈ ਨੇ, ਜਿਨ੍ਹਾਂ ਕੋਲ ਮਸ਼ੀਨਾਂ ਨਹੀਂ ਨੇ ਜਾਂ ਪੈਸੇ ਨਹੀਂ ਨੇ, ਅਸੀਂ ਉਹਨਾਂ ਦੀ ਵੀ ਉਪਰਾਲਾ ਕਰ ਰਹੇ ਹਾਂ, ਉਹਨਾਂ ਦੀ ਵੀ ਸੇਵਾ ਕਰਨ ਦਾ। ਅਸੀਂ ਉਹਨਾਂ ਨੂੰ ਵੀ ਮੌਕਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਨੂੰ ਕੋਈ ਐਵੇਂ ਜਿਹੀ ਚੀਜ਼ ਨਹੀਂ ਕਰਨਾ ਚਾਹੁੰਦੇ ਕਿ ਮੈਂ ਉਹਨਾਂ ਦੀ ਵਿਸਾਖੀ ਬਣ ਜਾਵਾਂ। ਵਿਸਾਖੀ ਨਹੀਂ ਬਣਨਾ, ਸਪੋਰਟ ਨਹੀਂ ਬਣਨਾ। ਮੈਂ ਉਹਨਾਂ ਨੂੰ ਖੁਦ ਖੜਾ ਕਰਨਾ ਚਾਹੁੰਦਾ ਉਹਨਾਂ ਦੇ ਪੈਰਾਂ ਤੇ। ਇਨੀਸ਼ੀਅਲ ਜਿਹੜਾ ਸਪੋਰਟ ਹੈ ਚੁੱਕਣਾ ਵੇ ਉਹ ਅਸੀਂ ਜ਼ਰੂਰ ਕਰਾਂਗੇ, ਬਟ ਸਾਡਾ ਇੰਟੈਂਸ਼ਨ ਹੈ ਵੇ everyone should get money earned from his hard work। ਉਹ ਸ਼ਕਲ ਨਾ ਦੇਖੇ ਕਿ ਸਾਨੂੰ ਸਰਕਾਰ ਸਬਸਿਡੀ ਦੇਗੀ, ਸਾਡਾ ਕਰਜ਼ ਮਾਫ ਹੋਏਗਾ। ਅਸੀਂ ਕੋਈ ਮਾਫੀ ਮੂਫੀ ਨਹੀਂ ਕਰਾਣੀ। ਅਸੀਂ ਇੰਨਾ ਕਮਾਣਾ ਹੈ ਕਿ ਅਸੀਂ ਵੈਲ ਟੂ ਡੂ ਹੋ ਜਾਈਏ ਔਰ ਸਾਨੂੰ ਕਿਸੇ ਕੋਲ ਪੈਸਾ ਚੱਕਣਾ ਹੀ ਨਾ ਪਵੇ। ਵਾਹਿਗੁਰੂ ਕਿੰਨਾ ਸੋਹਣਾ ਉਪਰਾਲਾ ਹੈਗਾ ਇਹਨਾਂ ਦਾ। ਔਰ ਮੇਰੀ ਬੇਨਤੀ ਹੈ ਕਿ ਮੇਰੀ ਸਰਵਿਸਿਜ਼ ਕਿਸੇ ਵੀ ਤਰ੍ਹਾਂ ਮੋਨਿਟਰੀ ਕੰਸਲਟੈਂਸੀ ਮੈਂ ਕਰਨਾ ਚਾਹੁੰਦਾ ਤੁਹਾਡੇ ਨਾਲ, ਕਿਸੇ ਵੀ ਤਰ੍ਹਾਂ ਮੈਂ ਹੈਲਪ ਕਰ ਸਕਾਂ ਤੁਹਾਡੇ Hello 9X ਪ੍ਰੋਜੈਕਟ ਨੂੰ। ਐਂਡ ਮੇਰੀ ਐਕਸਟੈਂਸਿਵ ਪਾਵਰ ਪਲਾਂਟਸ ਨਾਲ ਮੇਰੀ ਜੋ ਐਕਸਪਰਟੀਜ਼ ਹੈ ਉਹ ਹਮੇਸ਼ਾ ਤੁਹਾਡੇ ਨਾਲ ਹੈ। ਕੋਈ ਵੀ ਅਫਰੀਕਾ ਵਿੱਚ ਵੀ ਮੈਂ ਬਹੁਤ ਟਰੈਵਲ ਕਰ ਚੁੱਕਾ ਤੇ ਐਨੀ ਵੇ ਆਈ ਕੈਨ ਹੈਲਪ ਯੂ, ਆਈ ਐਮ ਆਲਵੇਜ਼ ਦੇਅਰ ਫॉर ਯੂ ਨਾਈਟ ਐਂਡ ਡੇ। ਨਹੀਂ ਸਰ, ਬਹੁਤ ਦਿਸ ਵਿਲ ਬੀ ਮਾਈ ਲਿਟਲ ਬਿਟ ਆਫ ਕੰਟਰੀਬਿਊਸ਼ਨ ਤੁਹਾਡੇ ਇੰਨੇ ਵੱਡੇ ਉਪਰਾਲੇ 'ਚ। ਮੈਂ ਇੱਕ ਬੂੰਦ ਵੀ ਅਗਰ ਕਰ ਸਕਾਂ ਨਹੀਂ ਸਰ, ਸਾਡੇ ਵਾਸਤੇ ਬਹੁਤ ਵੱਡੀ। ਮੇਰਾ ਕੋਈ ਉਪਰਾਲਾ ਨਹੀਂ ਹੈ, ਸਾਰਾ ਉਪਰਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੈ। ਤੇ ਜਿਹੜਾ ਵੀ ਟਰਬਨਡ ਸਿੱਖ ਹੈਗਾ ਵੇ ਜਾਂ ਸਿੱਖ ਹੈਗਾ ਵੇ, ਹੀ ਇਜ਼ ਵੈਲਕਮ ਟੂ ਦਿਸ ਨੋਬਲ ਕਾਜ਼। ਬਿਕੋਜ਼ ਜਿਹੜੀ ਸਿੱਖੀ ਹੈ ਨਾ, ਸ਼ਾਇਦ ਮੈਂ ਇੰਨਾ ਗੁਰਬਾਣੀ ਨਾਲ ਨਹੀਂ ਜੁੜਿਆ ਹੋਇਆ, ਬਟ ਮੈਨੂੰ ਇਹ ਪਤਾ ਵੇ ਰਾਜ ਕਰੇਗਾ ਖਾਲਸਾ। ਐਂਡ ਇਟ ਵਿਲ ਬੀ possible, it is possible when we all will unite and do something for humanity। ਔਰ ਸਭ ਤੋਂ ਜਿਹੜੀ ਵੱਡੀ ਗੱਲ ਸਰ ਮੈਂ ਤੁਹਾਡੇ ਚੈਨਲ ਦੇ ਥਰੂ ਕਹਿਣਾ ਚਾਹੁੰਦਾ ਵਾਂ, ਸਾਨੂੰ ਸਾਰੇ ਸਿੱਖ ਭਰਾਵਾਂ ਭੈਣਾਂ ਨੂੰ ਇਕੱਠੇ ਜੁੜਨਾ ਚਾਹੀਦਾ ਹੈ, ਇੱਕ ਤਰਫ ਲੱਗਣਾ ਚਾਹੀਦਾ ਹੈ। ਠੀਕ ਹੈ, ਅਸੀਂ ਸਾਡੀ ਜਿਹੜਾ ਜੀਵਨ ਚੱਰਿਆ ਹੈ ਅਸੀਂ ਉਹਨੂੰ ਅਲੱਗ-ਅਲੱਗ ਲੈ ਸਕਦੇ ਹਾਂ, ਬਟ ਜਿਹੜਾ ਮੇਨ ਫੋਕਸ ਹੋਣਾ ਚਾਹੀਦਾ ਹੈ ਉਹ ਸਿੱਖੀ ਦੇ ਤਰਫ ਹੋਣਾ ਚਾਹੀਦਾ ਹੈ। ਜਿਹੜੇ ਸਾਡੇ ਗੁਰੂ ਮਹਾਰਾਜ ਸਾਨੂੰ ਸਿਖਾ ਕੇ ਗਏ ਨੇ ਕਿ ਠੀਕ ਹੈ ਸਰ, ਪੈਸੇ ਤੇ ਅਸੀਂ ਕਮਾ ਲਾਂਗੇ, ਰੋਟੀ ਪਾਣੀ ਖਾ ਲਾਂਗੇ, ਵਧੀਆ ਕੱਪੜੇ ਵੀ ਪਾ ਲਾਂਗੇ, ਵਧੀਆ ਗੱਡੀਆਂ ਵੀ ਲੈ ਲਾਂਗੇ, ਬਟ ਮੇਰਾ ਇਹ ਕਹਿਣਾ ਵੇ ਕਿ ਅਸੀਂ ਦੂਸਰੇ ਨੂੰ ਵੀ ਮੌਕਾ ਦਈਏ ਕਿ ਆਪਾਂ ਅਗਰ ਫੋਰਡ ਐਂਡੇਵਰ ਲੈ ਰਹੇ ਹਾਂ ਤੇ ਕੋਈ ਦੂਸਰਾ ਵੀ ਮਾਰੂਤੀ 800 ਲੈਣ ਜੋਗਾ ਅਸੀਂ ਬਣਾਈਏ, ਤੇ ਉਹ ਮੇਰੇ ਵਾਸਤੇ ਮੈਨੂੰ ਲੱਗਦਾ ਜ਼ਿਆਦਾ ਖੁਸ਼ੀ ਦੀ ਗੱਲ। ਬਹੁਤ ਸੋਹਣਾ ਸੋਚ। ਬਾਕੀ ਜਿਹੜੀ ਤੁਸੀਂ ਮੈਨੂੰ ਗੱਲ ਕਹੀ ਹੈ, ਯੂ ਆਰ ਮੋਸਟ ਵੈਲਕਮ ਟੂ Hello 9X ਫੈਮਿਲੀ ਐਂਡ ਵੈਰੀ ਸੂਨ you will be serving the board of advisory of Hello 9X। Arey, thank you so much, Biji. Thank you. So kind, so kind. So happy and honored to be part of this unique and beautiful mission। मैं इन्हां नूं बहुत मुबारकबाद दिंदा और साडी तरफों बेस्ट विशेस ते ब्लेसिंग्स कि Hello 9X सचमुच छेती तो छेती यूरोप नूं इंपैक्ट करे, इंडिया नूं इंपैक्ट करे, और उसदे बाद ये अगे साउथ अमेरिका भी जाना चाहते हैं जिथे बहुत गरीबी है, उत्थे दे किसानां नूं भी एक पॉजिटिव इंपैक्ट देना चाहते हैं। और
ਵਾਹਿਗੁਰੂ ਕਰੇ ਇਹਨਾਂ ਨੂੰ ਬਹੁਤ ਤਰੱਕੀ ਬਖਸ਼ੇ, ਚੰਗੀ ਸਿਹਤ ਬਖਸ਼ੇ। ਔਰ ਇਸ ਦੇ ਨਾਲ ਅਸੀਂ ਇਹ ਇੰਟਰਵਿਊ ਸਮਾਪਤ ਕਰਦੇ ਨੇ। ਵਾਹਿਗੁਰੂ ਜੀ ਦਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ।